ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਆਪ ਸਾਰਿਆਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ। ਸ਼ੁੱਕਰਵਾਰ ਅਸੀਂ ਭਗਤ ਬਾਣੀ ਵਿੱਚੋਂ ਕੁਝ 94 ਸ਼ਬਦਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਹਰ ਸ਼ੁੱਕਰਵਾਰ ਭਗਤ ਬਾਣੀ ਦੇ ਜਿਹੜੇ ਸ਼ਬਦ ਔਖੇ ਹਨ ਜਾਂ ਜਿਨ੍ਹਾਂ ਦੇ ਭਾਵ ਅਰਥ ਡੂੰਘੇ ਹਨ ਜਾਂ ਜਿਨ੍ਹਾਂ ਦੇ ਵਿਚਾਰ ਜ਼ਿਆਦਾ ਜ਼ਰੂਰਤ ਹੈ, ਉਹ 94 ਸ਼ਬਦਾਂ ਦੀ ਵਿਚਾਰ ਅਸੀਂ ਕਰਦੇ ਹਾਂ। ਅੱਜ ਦਾ ਸ਼ਬਦ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਮ ਤੇ ਤਿਨਕੇ ਕਾ ਸਵਾਰਤਾ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 695 ਦੇ ਉੱਤੇ ਪਾਵਨ ਅੰਕ ਤੇ ਦਰਜ ਹੈ। ਵਿਚਾਰ ਕਰਨਗੇ ਵੀਰ ਪ੍ਰਭ ਕੀਰਤਨ ਸਿੰਘ ਜੀ। ਸ਼ਬਦ ਦੇ ਬੜੇ ਡੂੰਘੇ ਭਾਵ ਹਨ। ਆਓ ਉਹਨਾਂ ਪਾਸੋਂ ਸਮਝੀਏ ਕਿ ਭਗਤ ਜੀ ਨੇ ਇਸ ਸ਼ਬਦ ਵਿੱਚ ਸਾਨੂੰ ਕੀ ਵਿਚਾਰਧਾਰਾ ਦ੍ਰਿੜ ਕਰਾਈ ਹੈ। ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਓ ਸਭ ਤੋਂ ਪਹਿਲਾਂ ਜੋ ਅੱਜ ਦਾ ਵਿਚਾਰ ਅਧੀਨ ਸ਼ਬਦ ਹੈ ਉਹਦਾ ਇੱਕ ਵਾਰੀ ਪਾਠ ਕਰ ਲਈਏ ਜੀ। ਧੰਨਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਦਾਲ ਸੀਧਾ ਮਾਂਗੋ ਕੀਓ, हमरा खुशी करे नित जियो। पनिया छादन नीका, अनाज मंगो सत सीका। गऊ भैंस मंगो लावेरी, एक ताजन तुरी चंगेरी। घर की गीहन चंगी, जन धन्ना लेवै मंगी। घर की गीहन चंगी, जन धन्ना लेवै मंगी। गुरु प्यारिओ, ये जो शब्द ਆਪਾਂ ਸੁਣਿਆ ਹੈ, ਇਹਦੇ ਨਾਲ ਆਪਾਂ ਸਾਰੇ ਬਹੁਤ ਪਰਿਚਿਤ ਹਾਂ, ਫੈਮਿਲੀਅਰ ਹਾਂ। ਅਸੀਂ ਅਕਸਰ ਸੁਣਦੇ ਰਹਿੰਦੇ ਹਾਂ, ਤਕਰੀਬਨ ਹਰ ਗੁਰਦੁਆਰੇ ਦੇ ਵਿੱਚ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਆਰਤੀ ਦਾ ਕੀਰਤਨ ਜਾਂ ਆਰਤੀ ਦੀ ਚੌਂਕੀ ਕਹੀ ਜਾਂਦੀ ਹੈ ਜੋ ਉਹ ਲੱਗਦੀ ਹੈ। ਤੇ ਜਿਹੜੇ ਸ਼ਬਦ ਇਹਦੇ ਵਿੱਚ ਪੜ੍ਹੇ ਜਾਂਦੇ ਨੇ, ਇਹ ਸ਼ਬਦ ਵੀ ਉਹਨਾਂ ਦੇ ਵਿੱਚ ਹੀ ਸ਼ਾਮਲ ਹੈ। ਸ਼ੁਰੂ ਤੋਂ ਉਹਦਾ ਕੀਤਾ ਜਾਂਦਾ ਹੈ ਗੁਰੂ ਨਾਨਕ ਸਾਹਿਬ ਦਾ ਜਿਹੜਾ ਆਰਤੀ ਵਾਲਾ ਸ਼ਬਦ ਹੈ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਉਹਦੇ ਤੋਂ ਸ਼ੁਰੂ ਕੀਤਾ ਜਾਂਦਾ। ਉਸ ਤੋਂ ਬਾਅਦ ਕਾਫੀ ਸਾਰੇ ਹੋਰ ਵੀ ਸ਼ਬਦ ਨਾਲ ਪੜ੍ਹੇ ਜਾਂਦੇ ਹਨ, ਤੇ ਉਹਨਾਂ ਵਿੱਚੋਂ ਇੱਕ ਸ਼ਬਦ ਇਹ ਵੀ ਹੈ ਜੋ ਹਰ ਰੋਜ਼ ਸਾਡੇ ਗੁਰਦੁਆਰਿਆਂ ਦੇ ਵਿੱਚ ਪੜ੍ਹਿਆ ਜਾਂਦਾ ਹੈ, ਤੇ ਸਾਡੇ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਵੀ ਪੜ੍ਹਿਆ ਜਾਂਦਾ ਹੈ, ਤੇ ਅਸੀਂ ਅਕਸਰ ਇਹਨੂੰ ਸੁਣਦੇ ਰਹਿੰਦੇ ਹਾਂ। ਸ਼ਬਦ ਦੀ ਜਿਹੜੀ ਸ਼ਬਦਾਵਲੀ ਹੈ ਉਹ ਬਹੁਤ ਸਾਦੀ ਹੈ। ਜੇ ਕਹੀਏ ਇਹਦੇ ਸ਼ਾਇਦ ਕੋਈ ਵੀ ਇਹੋ ਜਿਹਾ ਸ਼ਬਦ ਨਹੀਂ ਹੈ ਇੱਕ ਅੱਧ ਨੂੰ ਛੱਡ ਕੇ ਜਿਹਦੇ ਸਾਨੂੰ ਅਰਥਾਂ ਦੇ ਬਾਰੇ ਬਹੁਤ ਵਿਚਾਰ ਕਰਨੀ ਪਵੇ, ਸਹਿਜੇ ਹੀ ਸਮਝ ਵਿੱਚ ਆ ਜਾਂਦਾ ਹੈ। ਪਰ ਇਹਦੇ ਚ ਭਗਤ ਜੀ ਨੇ ਸਾਨੂੰ ਸੁਨੇਹਾ ਕੀ ਦਿੱਤਾ ਹੈ, ਉਹ ਸਾਡੇ ਵਾਸਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਦੀ ਵਿਚਾਰ ਕਰਕੇ ਇਹ ਸਮਝਣ ਦਾ ਯਤਨ ਕਰੀਏ ਕਿ ਭਗਤ ਜੀ ਸਾਨੂੰ ਸਮਝਾਉਣਾ ਕੀ ਚਾਹੁੰਦੇ ਹਨ। ਹਾਲਾਂਕਿ ਇਹ ਵੀ ਯਤਨ ਜਿਹੜੇ ਅਧੂਰੇ ਹੀ ਹੁੰਦੇ ਹਨ,
ਕਿਉਂਕਿ ਅਸੀਂ ਗੁਰਬਾਣੀ ਦੀ ਤਹਿ ਤੱਕ ਤਾਂ ਨਹੀਂ ਪਹੁੰਚ ਸਕਦੇ, ਕਿਉਂਕਿ ਉਹਨਾਂ ਦੀ ਅਵਸਥਾ ਵਾਲਾ ਹੀ ਕੋਈ ਇਹਨੂੰ ਪੂਰੀ ਤਰ੍ਹਾਂ ਸਮਝ ਸਕਦਾ ਹੈ। ਪਰ ਫਿਰ ਵੀ ਆਪਾਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰਾਂਗੇ ਕਿ ਭਗਤ ਜੀ ਦੇ ਉਚਾਰੇ ਹੋਏ ਇਸ ਸ਼ਬਦ ਦੀ ਵਿਚਾਰ ਕਰਕੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਾਡੇ ਵਿੱਚ ਇਹਦੇ ਵਾਸਤੇ ਉਹਨਾਂ ਨੇ ਕੀ ਉਪਦੇਸ਼ ਦਿੱਤੇ ਹਨ ਜੋ ਸਾਡੀ ਸਮਝ ਵਿੱਚ ਆ ਰਹੇ। ਭਗਤ ਧੰਨਾ ਜੀ ਦੇ ਬਾਰੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਉਹਨਾਂ ਦੀ ਬਾਣੀ, ਉਹਨਾਂ 15 ਭਗਤਾਂ ਵਿੱਚੋਂ ਆਪ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਲ ਕੀਤੀ ਗਈ ਪੰਜਵੇਂ ਪਾਤਸ਼ਾਹ ਵੱਲੋਂ। ਤੋ ਇਸ ਤਰ੍ਹਾਂ ਸਾਡੇ ਵਾਸਤੇ ਉਹ ਬਹੁਤ ਸਤਿਕਾਰਤ ਭਗਤਾਂ ਦੇ ਵਿੱਚੋਂ ਹਨ, ਜਿਨ੍ਹਾਂ ਦੀ ਅਵਸਥਾ ਨੂੰ ਅਤ ਉੱਚੀ ਅਵਸਥਾ ਜਾਣਦੇ ਹੋਏ, ਜਿਨ੍ਹਾਂ ਦੀ ਲਿਖੀ ਹੋਈ ਬਾਣੀ ਨੂੰ ਸਤਿਗੁਰੂ ਜੀ ਨੇ ਆਪਣੀ ਬਾਣੀ ਦੇ ਤੁੱਲ ਬਰਾਬਰ ਸਥਾਨ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ। ਤੇ ਅਸੀਂ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਤਾਂ ਫਿਰ ਨਾਲ ਉਹਦੇ ਵਿੱਚ ਅਸੀਂ ਭਗਤ ਧੰਨਾ ਜੀ ਨੂੰ ਵੀ ਨਾਲ ਹੀ ਟੇਕ ਰਹੇ ਹੁੰਦੇ ਹਾਂ, ਉਹਨਾਂ ਦੀ ਬਾਣੀ ਨੂੰ ਅਸੀਂ ਟੇਕ ਰਹੇ ਹੁੰਦੇ ਹਾਂ। ਤੇ ਇਸ ਤਰ੍ਹਾਂ ਭਗਤ ਧੰਨਾ ਜੀ ਦੇ ਵਾਸਤੇ ਵੀ ਅਸੀਂ ਆਪਣੇ ਮਨ ਦਾ ਜੋ ਸਤਿਕਾਰ ਹੈ ਉਹ ਪ੍ਰਗਟ ਕਰ ਰਹੇ ਹੁੰਦੇ। ਤੋ ਸਾਡੇ ਵਾਸਤੇ ਉਹ ਬਹੁਤ ਉੱਚੀ ਸਤਿਕਾਰਤ ਹਸਤੀ ਹਨ। ਵੈਸੇ ਇਹਨਾਂ ਦੇ ਬਾਰੇ ਥੋੜੀ ਜਿਹੀ ਵਿਚਾਰ ਕਰਨੀ ਕੁਝ ਹੋਰ ਕਾਰਨਾਂ ਕਰਕੇ ਵੀ ਬਣਦੀ ਹੈ, ਕਿਉਂਕਿ ਜੋ ਕੁਝ ਸਾਨੂੰ ਭਗਤ ਜੀ ਦੇ ਬਾਰੇ ਦੱਸਿਆ ਜਾਂਦਾ ਹੈ ਉਹਦੇ ਬਾਰੇ ਵੀ ਸਾਨੂੰ ਥੋੜਾ ਜਿਹਾ ਚਾਨਣਾ ਹੋਣਾ ਚਾਹੀਦਾ ਹੈ। ਭਗਤ ਜੀ ਦਾ ਜਨਮ ਰਾਜਸਥਾਨ ਦੇ ਟੋਂਕ ਜ਼ਿਲ੍ਹੇ ਦੇ ਵਿੱਚ ਇੱਕ ਕਿਸਾਨ ਪਰਿਵਾਰ ਦੇ ਵਿੱਚ 15ਵੀਂ ਸਦੀ ਦੇ ਵਿੱਚ ਹੋਇਆ। ਤੋ ਆਪ ਜੀ ਦਾ ਜਨਮ ਉਸ ਵਕਤ ਦੇ ਜੋ ਧਰਮਾਂ ਦੇ ਮੁਤਾਬਕ ਦੇਖੀਏ ਤੇ ਕਿ ਹਿੰਦੂ ਪਰਿਵਾਰ ਵਿੱਚ ਹੀ ਸੀ, ਤੇ ਉਹੀ ਉਹਨਾਂ ਨੂੰ ਸੰਸਕਾਰ ਮਿਲੇ ਹੋਣਗੇ। ਪਰ ਭਗਤ ਜੀ ਦੇ ਉੱਤੇ ਨਾਮਦੇਵ ਜੀ, ਕਬੀਰ ਜੀ, ਰਵਿਦਾਸ ਜੀ ਤੇ ਸੈਨ ਭਗਤ ਜੀ, ਇਹਨਾਂ ਭਗਤਾਂ ਦੇ ਬਾਰੇ ਉਹਨਾਂ ਨੇ ਸ਼ੋਭਾ ਸੁਣੀ। ਉਹਨਾਂ ਦੇ ਉੱਤੇ ਇਹਨਾਂ ਦੀ ਬਾਣੀ ਦਾ ਤੇ ਉਹਨਾਂ ਦੇ ਵਿਅਕਤੀਤਵ ਦਾ ਬਹੁਤ ਡੂੰਘਾ ਅਸਰ ਹੋਇਆ। ਤੋ ਸਾਨੂੰ ਇਤਿਹਾਸ ਵਿੱਚੋਂ ਇਹ ਤਾਂ ਨਹੀਂ ਪਤਾ ਲੱਗਦਾ ਕਿ ਆਪ ਨੇ ਇਹਨਾਂ ਵਿੱਚੋਂ ਕਿਸ ਦੀ ਸੰਗਤ ਕੀਤੀ, ਕਦੋਂ, ਕਿੱਥੇ ਕੀਤੀ। ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਹਨਾਂ ਦੇ ਉੱਤੇ ਉਹਨਾਂ ਦਾ ਅਸਰ ਹੋਇਆ ਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਸਤਸੰਗੀ ਸਨ, ਉਹਨਾਂ ਦੀ ਸੰਗਤ ਕੀਤੀ ਜਾਂ ਕਿਸ ਤਰ੍ਹਾਂ ਵੀ, ਇਹਨਾਂ ਨੇ ਉਹਨਾਂ ਦੀ ਬਾਣੀ ਜ਼ਰੂਰ ਪੜ੍ਹੀ ਤੇ ਇਹਨਾਂ ਦਾ ਉਸ ਸੰਗਤ ਦੇ ਵਿੱਚ ਜਾਣ ਲੱਗ ਪਏ ਜਿਹੜੇ ਇਹਨਾਂ ਗੁਰਮੁਖ ਭਗਤ ਜਨਾਂ ਦੇ ਨਾਲ ਜੁੜੇ ਹੋਏ ਸਨ। ਤਾਂ ਉਸ ਸੰਗਤ ਦੇ ਵਿੱਚ ਇਹਨਾਂ ਨੇ ਜਾਣਾ ਆਪਣੀ ਬਾਣੀ ਦੇ ਵਿੱਚ ਖੁਦ ਕਨਫਰਮ ਕੀਤਾ ਕਿ ਮੈਂ ਭਗਤ ਜਨਾਂ ਦੀ ਸੰਗਤ ਕੀਤੀ ਤੇ ਇਹਨਾਂ ਗੁਰਮੁਖ ਸੰਤ ਜਨਾਂ ਦੇ ਦੱਸੇ ਰਾਹ ਤੇ ਚੱਲ ਕੇ ਉਹਨਾਂ ਨੇ ਕਿਹਾ ਕਿ ਮੈਂ ਅਕਾਲ ਪੁਰਖ ਦੀ ਭਗਤੀ ਕੀਤੀ। ਤੇ ਫਿਰ ਆਪ ਉਸ ਅਕਾਲ ਪੁਰਖ ਦੇ ਦਰ ਤੇ ਕਬੂਲ ਪਏ। ਤੋ ਇਹ ਤਾਂ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਹੈ। ਪਰ ਸਾਡੇ ਜਿਹੜੇ ਪ੍ਰਚਾਰਕ ਹਨ ਉਹ ਭਗਤ ਧੰਨਾ ਜੀ ਬਾਰੇ ਕਈ ਦੰਤ ਕਥਾਵਾਂ ਮਨ ਘੜਤ ਹੁੰਦੀਆਂ ਹਨ, ਜੋ ਉਹ ਅਕਸਰ ਸਾਨੂੰ ਗੁਰਦੁਆਰਿਆਂ ਦੇ ਵਿੱਚ ਸੁਣਾਉਂਦੇ ਰਹਿੰਦੇ ਹਨ, ਅਸੀਂ ਸੁਣਦੇ ਰਹਿੰਦੇ ਹਾਂ। ਉਹਨਾਂ ਦੇ ਮੁਤਾਬਕ ਕਿਹਾ ਜਾਂਦਾ ਹੈ ਕਿ ਭਗਤ ਜੀ ਨੇ ਜ਼ਿੱਦ ਕੀਤੀ ਤਾਂ ਇੱਕ ਪੰਡਤ ਜੀ ਨੇ ਉਹਨਾਂ ਨੂੰ ਠਾਕੁਰ ਦੀ ਮੂਰਤੀ ਦੇਣ ਦੀ ਥਾਂ ਤੇ ਇੱਕ ਪੱਥਰ ਕੱਪੜੇ ਵਿੱਚ ਲਪੇਟ ਕੇ ਤੇ ਉਹਨਾਂ ਨੇ ਦੇ ਦਿੱਤਾ, ਜਿਹੜਾ ਉਸ ਕਥਾ ਦੇ ਮੁਤਾਬਕ ਆਪ ਘਰ ਲੈ ਗਏ। ਤੇ ਫਿਰ ਉਹਨਾਂ ਨੇ ਸੋਚਿਆ ਕਿ ਮੈਂ ਹੁਣ ਪਹਿਲਾਂ ਤਾਂ ਇਹ ਠਾਕੁਰ ਹੈ ਤੇ ਠਾਕੁਰ ਨੂੰ ਭੋਜਨ ਦਾ ਭੋਗ ਲਵਾਉਣ ਤੋਂ ਬਾਅਦ ਹੀ ਭੋਜਨ ਕਰਨਾ ਹੈ। ਤੇ ਉਹ ਬੈਠ ਕੇ ਪੱਕੇ ਇਰਾਦੇ ਨਾਲ ਤੇ ਫਿਰ ਬਿਲਕੁਲ ਹਿੱਲੇ ਨਹੀਂ, ਟਸ ਤੋਂ ਮਸ ਨਹੀਂ ਹੋਏ। ਤੇ ਉਹਨਾਂ ਦੇ ਇਸ ਤਪ ਤੋਂ ਕਹਿ ਲਈਏ, ਇਹਨਾਂ ਦੀ ਇਸ ਜ਼ਿੱਦ ਤੋਂ ਬਾਅਦ ਅੰਤ ਨੂੰ ਠਾਕੁਰ ਜੀ ਦਾ ਮਨ ਭਤੀਜਿਆ ਤੇ ਉਹ ਕ੍ਰਿਸ਼ਨ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਤੇ ਆ ਕੇ ਉਹਨਾਂ ਨੇ ਭੋਜਨ ਛਕਿਆ, ਭੋਗ ਲਾਇਆ। ਇਹ ਸਾਨੂੰ ਕਥਾ ਗੁਰਦੁਆਰਿਆਂ ਦੇ ਵਿੱਚ ਵੀ ਕਈ ਵਾਰੀ ਸੁਣਨ ਨੂੰ ਮਿਲ ਜਾਂਦੀ। ਇਸੇ ਤਰ੍ਹਾਂ ਹੋਰ ਵੀ ਕਈ ਕਥਾ ਸੁਣਾਈਆਂ ਜਾਂਦੀਆਂ ਨੇ ਕਿ ਠਾਕੁਰ ਜੀ ਨੇ ਉਹਨਾਂ ਦੀਆਂ ਗਾਈਆਂ ਚਰਾਈਆਂ, ਉਹਨਾਂ ਦੇ ਹਰਟ ਚਲਾਏ, ਉਹਨਾਂ ਦੇ ਕਿਆਰੇ ਮੋੜੇ। ਇਸ ਕਿਸਮ ਦੀਆਂ ਕਈ ਕਹਾਣੀਆਂ ਸਾਨੂੰ ਸੁਣਾ ਦਿੱਤੀਆਂ ਜਾਂਦੀਆਂ ਹਨ ਕਿ ਭਗਤ ਜਨਾਂ ਦੇ ਕੰਮ ਉਹ ਅਕਾਲ ਪੁਰਖ ਆਪ ਆ ਕੇ ਕਰਦਾ ਹੈ। ਤੇ ਇਹ ਸਾਰੀਆਂ ਇੰਸਟੈਂਸਸ ਜਿਹੜੇ ਨੇ ਉਹਦੇ 'ਚ ਸੁਣਾ ਦਿੱਤੇ ਜਾਂਦੇ ਹਨ। ਤੇ ਪਹਿਲੀ ਕਹਾਣੀ ਜਿਹੜੀ ਸੁਣਾਈ ਜਾਂਦੀ ਹੈ ਕਿ ਉਹਨਾਂ ਦੀ ਜ਼ਿੱਦ ਦਾ ਪ੍ਰਭਾਵ ਐਸਾ ਪਿਆ, ਕ੍ਰਿਸ਼ਨ ਜੀ ਆਪ ਪ੍ਰਗਟ ਹੋਏ। ਹੁਣ ਇਹ ਸਾਡੇ ਗਿਆਨੀ ਇਹ ਗੱਲਾਂ ਤਾਂ ਸਾਨੂੰ ਸੁਣਾ ਦਿੰਦੇ ਹਨ, ਜਦ ਕਿ ਸਾਡੇ ਪਾਸ ਭਗਤ ਜੀ ਦਾ ਆਪਣਾ ਫਰਮਾਨ ਹੈ ਜਿਹੜਾ ਇਸ ਗੱਲ ਦੀ ਨਿਤਾਰਾ ਕਰ ਦਿੰਦਾ ਹੈ ਵੀ ਹੋਇਆ ਕੀ ਸੀ। ਆਪ ਫਰਮਾਉਂਦੇ ਹਨ ਕਿ ਜੋਤ ਸਮਾਏ ਸਮਾਨੀ ਜਾਕੈ, ਅਛਲੀ ਪ੍ਰਭ ਪਹਿਚਾਨਿਆ, ਧੰਨੈ ਧਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨੇ। ਹੁਣ ਆਪ ਜੀ ਕੀ ਕਹਿ ਰਹੇ ਹਨ ਕਿ ਮੈਂ ਤਾਂ ਸੰਤ ਜਨਾਂ ਦੀ ਸੰਗਤ ਕੀਤੀ
ਉਹਦੀ ਬਰਕਤ ਨਾਲ ਹੀ ਇਸ ਜਗਤ ਦੇ ਸੁਆਮੀ ਪ੍ਰਭੂ ਦੀ ਮੈਂ ਪ੍ਰਾਪਤੀ ਕਰਦਾ। ਤੇ ਨਾਲ ਉਹ ਕਹਿੰਦੇ ਆ, ਜਿਸ ਵੀ ਮਨੁੱਖ ਦੇ ਅੰਦਰ ਉਸ ਅਛਲ ਪ੍ਰਭੂ ਦੀ ਜੋਤ ਸਤ ਸੰਗਤ ਦੀ ਬਰਕਤ ਨਾਲ ਟਿਕ ਜਾਂਦੀ ਹੈ। ਕਿਉਂਕਿ ਆਪਨੇ ਪਹਿਲਾਂ ਕਿਹਾ, ਜੋਤ ਸਮਾਏ ਸਮਾਨੀ ਜਾ ਕੇ ਅਛਲੀ ਪ੍ਰਭ ਪਹਿਚਾਨੇ। ਜਿਹੜੀ ਜਿਹਦੇ ਅੰਦਰ ਉਹਦੀ ਜੋਤ ਟਿਕ ਜਾਂਦੀ ਹੈ, ਉਸ ਦੀ ਉਸ ਪ੍ਰਭੂ ਦੇ ਨਾਲ ਜਾਣ ਪਛਾਣ ਹੋ ਜਾਂਦੀ, ਪਹਿਚਾਣ ਹੋ ਜਾਂਦੀ ਹੈ, ਭਾਵ ਮਿੱਤਰਤਾ ਹੋ ਜਾਂਦੀ ਹੈ। ਤੇ ਕਹਿੰਦੇ ਮੈਨੂੰ ਵੀ ਇਸੇ ਤਰ੍ਹਾਂ ਹੀ ਸਤ ਸੰਗ ਦੀ ਬਦੌਲਤ ਪ੍ਰਭੂ ਦੀ ਪ੍ਰਾਪਤੀ ਹੋਈ ਹੈ, ਉਹ ਮੇਰੇ ਹਿਰਦੇ ਵਿੱਚ ਵਸ ਗਿਆ ਹੈ। ਇਹ ਭਗਤ ਜੀ ਆਪ ਆਪਣੀ ਬਾਣੀ ਦੇ ਵਿੱਚ ਕਹਿ ਰਹੇ। ਤੇ ਚਲੋ ਇੰਨੀ ਵੀ ਗੱਲ ਜੇ ਸਾਨੂੰ ਨਹੀਂ ਸਮਝ ਲੱਗਦੀ ਜਾਂ ਸਾਡੇ ਗਿਆਨੀਆਂ ਨੂੰ ਨਹੀਂ ਸਮਝ ਲੱਗਦੀ, ਤਾਂ ਪੰਚਮ ਪਾਤਸ਼ਾਹ ਨੇ ਵੀ ਇਸ ਗੱਲ ਉੱਤੇ ਮੋਹਰ ਲਾਈ ਹੈ। ਆਪ ਜੀ ਨੇ ਉਹ ਜੋ ਸ਼ਬਦ ਹੈ, ਲੰਬੇਰਾ ਸ਼ਬਦ ਹੈ, ਮੈਂ ਉਹ ਲੈ ਨਹੀਂ ਰਿਹਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆਠ ਧਾਮ ਕੋ ਛੀਪਰੋ ਹੋਇਓ ਲਾਖੀ। ਉਹਦੇ ਚ ਅੰਤ ਉੱਤੇ ਆਪ ਕਹਿੰਦੇ ਹਨ ਕਿ ਇਹ ਬਿਧ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਕਿ ਭਾਵ ਆਪ ਜੀ ਨੇ ਭਗਤ ਜਨਾਂ ਦੀ ਸ਼ੋਭਾ ਸੁਣ ਕੇ, ਕਿਹਨਾਂ ਦੀ, ਜਿਨ੍ਹਾਂ ਦੇ ਆਪਾਂ ਪਹਿਲੇ ਨਾਮ ਲਏ ਹਨ, ਨਾਮਦੇਵ ਜੀ ਦੀ, ਕਬੀਰ ਜੀ ਦੀ, ਰਵਿਦਾਸ ਜੀ ਦੀ ਤੇ ਸੈਣ ਜੀ ਦੀ, ਇਹਨਾਂ ਦੀ ਸ਼ੋਭਾ ਸੁਣ ਕੇ ਉਹਨਾਂ ਨੇ ਕਿਹਾ ਕਿ ਜਦੋਂ ਪੰਚਮ ਪਾਤਸ਼ਾਹ ਕਹਿ ਰਹੇ ਹਨ ਕਿ ਇਹਨਾਂ ਦੇ ਬਾਰੇ ਸੁਣ ਕੇ ਇਹ ਬਿਧ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ। ਹੁਣ ਉਹ ਵੀ ਭਗਤੀ ਦੇ ਵਿੱਚ ਲੱਗ ਪਏ। ਹੁਣ ਭਗਤੀ ਤਾਂ ਭਗਤੀ ਹੁੰਦੀ ਹੈ, ਇਹਦੇ ਚ ਨਾ ਕੋਈ ਕਰਮ ਕਾਂਡ ਹੈ, ਨਾ ਪੱਥਰ ਦੀ ਪੂਜਾ ਹੈ, ਨਾ ਕੋਈ ਹੋਰ ਵਿਅਰਥ ਕਰਮ ਹੈ। ਇਹ ਤਾਂ ਪ੍ਰਭੂ ਦੀ ਭਗਤੀ ਦੇ ਵਿੱਚ ਭਾਵ ਪ੍ਰਭੂ ਦੇ ਨਾਲ ਜੁੜੀ ਹੋਈ ਲਿਵ, ਪ੍ਰਭੂ ਦਾ ਹੋਇਆ ਪ੍ਰੇਮ ਜੋ ਹਿਰਦੇ ਚ ਵਸਿਆ ਹੁੰਦਾ ਹੈ, ਉਸੇ ਦੇ ਫਲ ਸਰੂਪ ਹੀ ਆਪ ਜੀ ਨੂੰ ਪ੍ਰਤੱਖ ਪ੍ਰਭੂ ਦੇ ਮਿਲਾਪ ਸਾਖਸ਼ਾਤ ਅਨੁਭਵ ਹੋ ਗਿਆ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਜਦੋਂ ਉਸ ਅਕਾਲ ਪੁਰਖ ਦੇ ਅਸੀਂ ਕਹਿੰਦੇ ਆ ਦਰਸ਼ਨ ਹੋਏ ਜਾਂ ਉਹਦੇ ਨਾਲ ਮਿਲਾਪ ਹੋਇਆ, ਇਹਦਾ ਅਰਥ ਇਹੀ ਨਿਕਲਦਾ ਹੈ ਕਿ ਉਹ ਐਸੀ ਅਵਸਥਾ ਦੇ ਧਾਰਨੀ ਹੋ ਗਏ, ਉਹਨਾਂ ਦੀ ਅਵਸਥਾ ਐਸੀ ਉੱਚੀ ਅਵਸਥਾ ਬਣ ਗਈ ਕਿ ਜਿਵੇਂ ਉਹਨਾਂ ਨੂੰ ਸਾਰਾ ਜੀਵਨ ਹੀ ਇਉਂ ਜਾਪਣ ਲੱਗ ਗਿਆ ਕਿ ਜਿਵੇਂ ਅਕਾਲ ਪੁਰਖ ਮੇਰੇ ਨਾਲ ਹੈ। ਉਹ ਫਿਰ ਇਹਨੂੰ ਹਜ਼ੂਰੀ ਦਾ ਜੀਵਨ ਅਸੀਂ ਆਮ ਗੁਰਮੁਖ ਪਿਆਰੇ ਕਹਿ ਦਿੰਦੇ ਹਨ। ਫਿਰ ਉਹ ਹਜ਼ੂਰੀ ਦਾ ਜੀਵਨ ਜਿਉਂਦਾ ਹੈ। ਉਹ ਇਉਂ ਜਿਉਂਦਾ ਹੈ ਜਿਵੇਂ ਪਲ ਪਲ ਜਿਹੜਾ ਹੈ, ਉਹ ਸਿਰਫ ਉਹਨੂੰ ਮਹਿਸੂਸ ਹੀ ਨਹੀਂ ਹੁੰਦਾ, ਉਹਨੂੰ ਸਾਖਸ਼ਾਤ ਨਜ਼ਰ ਆਉਂਦਾ ਹੈ ਕਿ ਉਹ ਅਕਾਲ ਪੁਰਖ ਮੇਰੇ ਨਾਲ ਹੈ। ਔਰ ਉਹ ਉਸ ਦੇ ਮੁਤਾਬਕ ਹੀ ਜੀਵਨ ਜਿਉਂਦਾ, ਜਿਵੇਂ ਇੱਕ ਹਜ਼ੂਰੀ ਪ੍ਰਾਪਤ ਕਰ ਚੁੱਕੇ ਵਿਅਕਤੀ ਨੂੰ ਜੀਣਾ ਚਾਹੀਦਾ ਹੈ। ਤੇ ਇਹੀ ਭਗਤ ਜਨ ਹੁੰਦੇ ਹਨ, ਇਹੀ ਲਿਵ ਜੁੜੀ ਹੋਈ ਹੁੰਦੀ ਹੈ, ਇਹੀ ਪ੍ਰਭੂ ਮਿਲਾਪ ਦੀ ਅਵਸਥਾ ਹੁੰਦੀ ਹੈ ਕਿ ਸਾਨੂੰ ਹਰ ਵੇਲੇ ਉਸ ਪ੍ਰਭੂ ਦੀ ਹਾਜ਼ਰੀ ਪ੍ਰਤੱਖ ਜਾਪੇ ਕਿ ਪ੍ਰਭੂ ਮੇਰੇ ਨਾਲ ਹੀ ਹੈ। ਸਾਡੀ ਉਹ ਅਵਸਥਾ ਬਣ ਜਾਏ ਕਿ ਸਾਨੂੰ ਹਰ ਵੇਲੇ ਪ੍ਰਭੂ ਆਪਣੇ ਨਾਲ ਹੀ ਜਾਪੇ, ਅਸੀਂ ਉਹਦੀ ਹਜ਼ੂਰੀ ਵਿੱਚ ਹੀ ਜੀਵਨ ਬਤੀਤ ਕਰੀਏ। ਹੁਣ ਇਹ ਮੋਹਰ ਜਿਹੜੀ ਹੈ, ਪਹਿਲਾਂ ਅਸੀਂ ਸੁਣਿਆ ਕਿ ਭਗਤ ਜੀ ਨੇ ਕੀ ਕਿਹਾ, ਤੇ ਹੁਣ ਅਸੀਂ ਇਹ ਸੁਣਿਆ ਕਿ ਪੰਚਮ ਪਾਤਸ਼ਾਹ ਨੇ ਇਹਦੇ ਤੇ ਕੀ ਮੋਹਰ ਲਾਈ ਹੈ। ਪਰ ਧੰਨ ਹਨ ਉਹ ਜੋ ਆਪਣੇ ਆਪ ਨੂੰ ਕਹਾਉਂਦੇ ਤਾਂ ਗਿਆਨੀ ਹਨ। ਹੁਣ ਕੀ ਕਹੀਏ, ਹਨ ਤਾਂ ਉਹ ਫਿਰ ਅਗਿਆਨੀ ਹੀ, ਜਿਹੜੇ ਇਹ ਗੱਲ ਵੀ ਨਹੀਂ ਸਮਝਦੇ। ਦੋ ਵਾਰੀ ਸਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਥਾਵਾਂ ਦੇ ਉੱਤੇ ਬਹੁਤ ਤਰੀਕੇ ਨਾਲ ਕਲੈਰੀਫਾਈ ਕੀਤਾ ਗਿਆ। ਇਹ ਅਗਿਆਨੀ ਜਾਂ ਵਿਗੜ ਗਿਆਨੀ, ਜਿਨ੍ਹਾਂ ਨੂੰ ਨਾ ਤਾਂ ਭਗਤ ਜੀ ਦੀ ਆਪਣੀ ਬਾਣੀ ਦਾ ਕੋਈ ਅਸਰ ਹੁੰਦਾ, ਉਹ ਸਮਝ ਆਉਂਦੀ ਹੈ, ਤੇ ਨਾ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਜਿਹੜੇ ਉਹਨਾਂ ਦੇ ਬਚਨ ਹਨ, ਉਹਨਾਂ ਦੇ ਉੱਤੇ ਵੀ ਉਹਨਾਂ ਨੂੰ ਕੋਈ ਭਰੋਸਾ ਨਹੀਂ ਬਚਦਾ। ਉਹ ਫੇਰ ਪੱਥਰ ਨੂੰ ਪਾਣੀ ਦੇ ਪੱਥਰ ਨੂੰ ਕੱਪੜੇ ਦੇ ਵਿੱਚ ਲਵੇਟ ਕੇ ਤੇ ਉਹਦੇ ਸਾਹਮਣੇ ਬਹਿ ਕੇ ਉਹ ਜਿਹੜੀ ਕਹਾਣੀ ਸੁਣਾਉਂਦੇ ਹਨ, ਉਹ ਫੇਰ ਵੀ ਚੱਲੀ ਜਾ ਰਹੀ ਹੈ। ਤੇ ਇਹਦੇ ਨਾਲ ਹੁੰਦਾ ਕੀ ਹੈ, ਜਦੋਂ ਇਹ ਕਹਾਣੀਆਂ ਸਾਡੇ ਗੁਰਦੁਆਰਿਆਂ 'ਚ ਸੁਣਾਈਆਂ ਜਾਂਦੀਆਂ ਹਨ, ਸਾਡੇ ਅੰਦਰ ਵੀ ਮੂਰਤੀ ਪੂਜਾ ਦਾ, ਕਰਮ ਕਾਂਡੀ ਪੂਜਾ ਦਾ ਇਹ ਜੋ ਪ੍ਰਚਾਰ ਇੱਕ ਕਿਸਮ ਦਾ ਹੋ ਰਿਹਾ, ਉਹਦਾ ਸਾਡੇ ਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਅੱਗੋਂ ਅਸੀਂ ਵੀ ਕਿਹੜੇ ਘੱਟ ਆ, ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਮੂਰਤੀ ਵਾਂਗ ਪੂਜਣਾ ਹੀ ਸ਼ੁਰੂ ਕਰ ਦਿੱਤਾ ਹੈ। ਜੋ ਮਕਸਦ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕਰਨ ਦਾ, ਉਹ ਤਾਂ ਅਸੀਂ ਭੁੱਲ ਹੀ ਗਏ ਹਾਂ। ਅਸੀਂ ਕਦੇ ਲੱਖਾਂ ਰੁਪਏ ਦੇ ਰੁਮਾਲੇ ਚੜਾ ਦਿੰਦੇ ਹਾਂ, ਕਦੀ ਕਰੋੜਾਂ ਰੁਪਏ ਦੇ ਫੁੱਲ ਚੜਾ ਦਿੰਦੇ ਹਾਂ, ਤੇ ਇੱਕ ਇੱਕ ਦਿਨ ਦੇ ਵਿੱਚ ਇੱਕ ਇੱਕ ਗੁਰਦੁਆਰੇ 'ਚ ਹਜ਼ਾਰਾਂ ਹਜ਼ਾਰਾਂ ਰੁਮਾਲੇ ਚੜਾ ਦਿੰਦੇ ਆ। ਤੇ ਕਦੀ ਕੋਈ ਇਸ ਤਰ੍ਹਾਂ ਦੇ ਕੰਮ ਕਰਨ ਲੱਗ ਪੈਂਦੇ ਆ, ਜਿਵੇਂ ਅਸੀਂ ਅਕਸਰ ਜਾਣਦੇ ਹਾਂ ਕਈ ਵੱਡੇ ਗੁਰਦੁਆਰਿਆਂ ਦੇ ਵਿੱਚ ਵੀ ਅਸੀਂ ਆਰਤੀਆਂ ਵੀ ਕਰਨ ਲੱਗ ਜਾਂਦੇ ਆ। ਜਿਹੜੀ ਬਾਣੀ ਸਾਡੀ ਗੁਰੂ ਹੈ, ਉਹਨੂੰ ਨਾ ਤਾਂ ਅਸੀਂ ਪੜ੍ਹਦੇ ਆ, ਨਾ ਅਸੀਂ ਸਮਝਣ ਦਾ ਯਤਨ ਕਰਦੇ ਆ। ਤੇ ਜੇ ਸਮਝਣ ਦਾ ਯਤਨ ਕਰ ਲਈਏ
ਤਾਂ ਫਿਰ ਇਹ ਜਿਹੜੇ ਅਗਿਆਨੀ ਜਾਂ ਵਿਗੜ ਗਿਆਨੀ ਸਾਡੇ ਪ੍ਰਚਾਰਕ ਨੇ, ਉਹਨਾਂ ਨੂੰ ਅਸੀਂ ਸਿੱਧੇ ਰਾਹ ਤੇ ਆਪ ਪਾ ਦਿੰਦੇ। ਪਰ ਹੁੰਦਾ ਕੀ ਹੈ ਕਿ ਅਸੀਂ ਉਹਨਾਂ ਨੂੰ ਹੀ ਸਿਰ ਉੱਤੇ ਚੁੱਕੀ ਫਿਰਦੇ ਹਾਂ ਵੀ ਬੜੇ ਵੱਡੇ ਗੁਰਮੁਖ ਨੇ ਇਹ ਗੱਲ ਕਹਿ ਦਿੱਤੀ ਹੈ ਤੇ ਇਹ ਠੀਕ ਹੀ ਹੋਣੀ ਹੈ। ਤਾਂ ਜੋ ਆਪ ਜੀ ਨੇ ਵਿਚਾਰ ਲਈ ਸਰਵਨ ਸ਼ਬਦ ਕੀਤਾ ਹੈ, ਜੋ ਅੱਜ ਦਾ ਵਿਚਾਰ ਲਈ ਲਿਆ ਗਿਆ ਹੈ, ਇਹ ਸਾਡੇ ਲਈ ਇੱਕ ਚਾਨਣ ਮੁਨਾਰਾ ਹੈ। ਭਗਤ ਜੀ ਨੇ ਇਸ ਸ਼ਬਦ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਸਿੱਧੇ ਤੇ ਅਸਿੱਧੇ ਢੰਗ ਨਾਲ ਸਾਨੂੰ ਬਹੁਤ ਐਸੇ ਉਪਦੇਸ਼ ਦਿੱਤੇ ਹਨ ਜਿਨ੍ਹਾਂ ਦਾ ਸਿੱਧਾ ਹੀ ਸਾਡੇ ਜੀਵਨ ਦੇ ਨਾਲ ਸੰਬੰਧ ਹੈ। ਪਹਿਲੀ ਗੱਲ ਤਾਂ ਉਹਨਾਂ ਨੇ ਸਾਨੂੰ ਇਹ ਸਿਖਾਇਆ ਹੈ ਕਿ ਭਾਈ ਗੁਰਸਿੱਖੋ, ਜੇ ਅਕਾਲ ਪੁਰਖ ਦੇ ਦਰ ਦੇ ਉੱਤੇ ਮੰਗਣਾ ਹੈ ਤਾਂ ਪਹਿਲਾਂ ਮੰਗਣ ਦੀ ਜਾਂਚ ਸਿੱਖੀਏ। ਫਿਰ ਇਹ ਸਿੱਖੀਏ ਕਿ ਅਸੀਂ ਮੰਗਣਾ ਕੀ ਹੈ, ਕਿਵੇਂ ਮੰਗਣਾ ਹੈ, ਉਹਦਾ ਪਰਪਸ ਕੀ ਹੈ। ਤੋ ਭਗਤ ਧੰਨਾ ਜੀ ਨੇ ਇਹ ਗੱਲ ਸਾਨੂੰ ਸਿਖਾ ਦਿੱਤੀ ਬੜੀ ਚੰਗੀ ਤਰ੍ਹਾਂ ਇਸ ਛੋਟੇ ਜਿਹੇ ਸ਼ਬਦ ਦੇ ਵਿੱਚ। ਤੋ ਪਹਿਲਾ ਜੋ ਬੰਦ ਹੈ ਰਹਾਉ ਦਾ ਬੰਦ ਹੀ ਹੈ। ਉਹਦੇ ਚ ਆਪ ਫਰਮਾ ਰਹੇ ਹਨ, ਗੋਪਾਲ ਤੇਰਾ ਆਰਤਾ। ਹੁਣ ਇਹ ਆਰਤਾ ਸ਼ਬਦ ਵੀ ਜਿਹੜਾ ਹੈ, ਇਹ ਵੀ ਸਾਡਾ ਬਹੁਤ ਧਿਆਨ ਮੰਗਦਾ ਹੈ। ਇਹ ਆਰਤ ਦਾ ਮਤਲਬ ਜਾਂ ਆਰਤਾ ਦਾ ਮਤਲਬ, ਇਹ ਸੰਸਕ੍ਰਿਤ ਦਾ ਸ਼ਬਦ ਹੈ ਜਿਹਦੇ ਅੱਗੇ ਉਹ ਦੋ ਬਿੰਦੀਆਂ ਲਗਾ ਕੇ ਤੇ ਫਿਰ ਹ ਦੀ ਆਵਾਜ਼ ਕੱਢੀ ਜਾਂਦੀ ਹੈ। ਆਰਤਾ ਦਾ ਮਤਲਬ ਉੱਥੇ ਹੈ ਉਹ ਜੋ ਲੋੜਵੰਦ ਹੋਵੇ, ਦੁਖੀਆ ਹੋਵੇ, ਜਾਂ ਇਉਂ ਕਹਿ ਲਓ ਜਿਹੜਾ ਮੰਗਤਾ। ਗੋਪਾਲ ਅਸੀਂ ਜਾਣਦੇ ਹਾਂ, ਇਹ ਪ੍ਰਿਥਵੀ ਨੂੰ, ਜਗਤ ਨੂੰ ਪਾਲਣ ਹਾਰੇ ਨੂੰ ਸੰਬੋਧਨ ਕੀਤਾ ਗਿਆ ਹੈ। ਤੋ ਇਸ ਪੰਕਤੀ, ਛੋਟੀ ਜਿਹੀ ਪੰਕਤੀ ਵਿੱਚ ਭਗਤ ਜੀ ਕਹਿ ਰਹੇ ਹਨ ਕਿ ਹੇ ਪ੍ਰਿਥਵੀ ਦੇ ਪਾਲਣ ਹਾਰੇ ਪ੍ਰਭੂ, ਮੈਂ ਤੇਰੇ ਦਰ ਦਾ ਮੰਗਤਾ ਹਾਂ। ਮੈਂ ਲੋੜਵੰਦ ਹਾਂ ਤੇ ਦੁਖੀਆ ਹਾਂ ਜੋ ਤੇਰੇ ਦਰ ਤੇ ਆਇਆ ਹਾਂ। ਗੋਪਾਲ ਤੇਰਾ ਆਰਤਾ। ਜਿਹੜਾ ਲੋੜਵੰਦ ਹੁੰਦਾ ਉਹ ਕੀ ਕਰਦਾ ਹੈ? ਉਹ ਜਿੱਥੋਂ ਦੀ ਲੋੜ ਪੂਰੀ ਹੁੰਦੀ ਉੱਥੇ ਪਹੁੰਚਦਾ, ਉੱਥੇ ਜਾ ਕੇ ਆਪਣੀ ਲੋੜ ਦੱਸਦਾ, ਆਪਣੀ ਮੰਗ ਉੱਥੇ ਰੱਖਦਾ, ਭਾਵ ਮੰਗਤਾ ਹੈ, ਮੰਗਦਾ ਹੈ ਉੱਥੋਂ ਜਾ ਕੇ। ਤੇ ਇਹੀ ਗੱਲ ਭਗਤ ਜੀ ਕਹਿ ਰਹੇ ਹਨ, ਗੋਪਾਲ ਤੇਰਾ ਆਰਤਾ, ਮੈਂ ਤੇਰੇ ਦਰ ਦਾ ਮੰਗਤਾ ਹਾਂ, ਦੁਖੀਆ ਹਾਂ, ਤੇਰੇ ਦਰ ਤੇ ਆਇਆ। ਹੁਣ ਇੱਥੇ ਭਗਤ ਜੀ ਕਹਿ ਰਹੇ ਹਨ ਕਿ ਇਹ ਮੈਂ ਗੋਪਾਲ, ਪ੍ਰਿਥਵੀ ਦੇ ਪਾਲਣ ਹਾਰੇ ਪ੍ਰਭੂ ਤੋਂ ਇਹ ਗੱਲ ਕਹਿ ਰਿਹਾ ਕਿ ਮੈਂ ਤੇਰਾ ਮੰਗਤਾ। ਭਾਵ ਕਿ ਭਗਤ ਜੀ ਨੂੰ ਇਹ ਨਿਸ਼ਚਾ ਹੈ, ਉਹਨਾਂ ਨੂੰ ਇਸ ਗੱਲ ਦੀ ਬਿਲਕੁਲ ਕਲੀਅਰ ਅੰਡਰਸਟੈਂਡਿੰਗ ਹੈ ਕਿ ਮੇਰੀ ਜਿਹੜੀ ਮੰਗ ਹੈ ਉਹ ਇੱਥੋਂ ਪੂਰੀ ਹੋਣੀ ਹੈ, ਪ੍ਰਭੂ ਦੇ ਦਰ ਤੋਂ ਪੂਰੀ। ਹੁਣ ਇਹ ਆਰਤਾ ਸ਼ਬਦ ਵੀ ਬੜਾ, ਮੈਂ ਕੀ ਕਹਾਂ ਕਿ ਇੰਟਰਸਟਿੰਗ ਹੀ ਹੈ, ਕਿਉਂਕਿ ਜਦੋਂ ਨਿਹੰਗ ਸਿੰਘ ਸਾਡੇ ਆਰਤੀ ਕਰਦੇ ਨੇ ਤੇ ਉਹ ਆਰਤੀ ਨਹੀਂ ਕਹਿੰਦੇ, ਉਹਨੂੰ ਆਰਤਾ ਕਹਿੰਦੇ ਨੇ। ਸ਼ਾਇਦ ਉਸ ਹਿਸਾਬ ਨਾਲ ਜਿਵੇਂ ਉਹਨਾਂ ਨੂੰ ਲੱਗਦਾ ਹੈ ਕਿ ਅਵਰਨ ਕੀ ਹੋਲੀ ਤੇ ਸਾਡਾ ਹੋਲਾ, ਤੇ ਉਹਨਾਂ ਨੇ ਕਿਹਾ ਦੂਜਿਆਂ ਦੀ ਆਰਤੀ ਤੇ ਫਿਰ ਸਾਡਾ ਆਰਤਾ ਹੋਏਗਾ। ਹਾਲਾਂਕਿ ਆਰਤਾ ਦਾ ਤੇ ਮਤਲਬ ਹੀ ਦੂਜਾ ਹੈ। ਕਰਦੇ ਉਸੇ ਤਰ੍ਹਾਂ ਹੀ ਆਰਤੀ ਹਨ ਜਿਵੇਂ ਆਰਤੀ ਕਰਨ ਵਾਲੇ ਕਰਦੇ ਹਨ, ਨਾਮ ਉਹਨਾਂ ਨੇ ਆਰਤਾ ਰੱਖਿਆ ਹੋਇਆ। ਖੈਰ ਇਹਨੂੰ ਛੱਡੀਏ। ਆਰਤਾ ਦਾ ਅਰਥ ਹੋਇਆ ਕਿ ਜਿਹੜਾ ਲੋੜਵੰਦ ਹੈ, ਦੁਖੀਆ ਹੈ, ਮੰਗਤਾ ਹੈ। ਹੁਣ ਇੱਥੇ ਸਾਨੂੰ ਜਾਂਚ ਸਿਖਾ ਰਹੇ ਹਨ ਭਗਤ ਜੀ ਕਿ ਜੇ ਪ੍ਰਭੂ ਤੋਂ ਕੁਝ ਮੰਗਣਾ ਹੈ ਤਾਂ ਪਹਿਲਾਂ ਮੰਗਣ ਦੀ ਜਾਂਚ ਸਿੱਖ। ਜੇ ਪ੍ਰਭੂ ਦੇ ਦਰ ਤੋਂ ਮੰਗਣ ਆਇਆ ਨਾ ਤੇ ਪਹਿਲਾਂ ਆਰਤਾ ਬਣ, ਫਿਰ ਇੱਕ ਆਰਤੇ ਵਾਂਗ, ਭਾਵ ਲੋੜਵੰਦ ਵਾਂਗ, ਦੁਖੀਏ ਵਾਂਗ, ਮੰਗਤੇ ਵਾਂਗ ਮੰਗ। ਜੇ ਮੰਗਣ ਆਇਆ ਤਾਂ ਇਸ ਤਰ੍ਹਾਂ ਮੰਗ, ਆਰਤਾ ਬਣ ਕੇ ਮੰਗ। ਹੁਣ ਜਦੋਂ ਇੱਕ ਲੋੜਵੰਦ ਮੰਗਦਾ ਹੈ ਨਾ, ਤਾਂ ਫਿਰ ਉਹ ਕਿਸੇ ਖਾਸ ਢੰਗ ਜਾਂ ਵਿਧੀ ਦੀ ਤਲਾਸ਼ ਨਹੀਂ ਕਰਦਾ। ਫਿਰ ਉਹ ਤਕਨੀਕ ਨਹੀਂ ਲੱਭਦਾ ਕਿ ਕਿਸ ਤਕਨੀਕ ਨਾਲ ਮੰਗਾਂ ਤੇ ਮੇਰੀ ਜਿਹੜੀ ਡਿਮਾਂਡ ਹੈ ਉਹ ਪੂਰੀ ਹੋਵੇ। ਫਿਰ ਨਾ ਹੀ ਉਹ ਕਿਸੇ ਦੀ ਸਿਫਾਰਿਸ਼ ਲੈ ਕੇ ਜਾਂਦਾ ਕਿ ਵੀ ਫਲਾਣਾ ਮੇਰੇ ਨਾਲ ਜਾਵੇ, ਮੇਰੀ ਮੰਗ ਜਾ ਕੇ ਦੇਣ ਵਾਲੇ ਨੂੰ ਦੱਸੇ ਤੇ ਫਿਰ ਮੇਰੀ ਮੰਗ ਪੂਰੀ ਹੋਵੇਗੀ। ਉਹਨੂੰ ਨਾਲ ਨਹੀਂ ਲੈ ਕੇ ਆਉਂਦਾ। ਉਹਨੂੰ ਕਹਿੰਦਾ ਕਿ ਮੈਨੂੰ ਤਾਂ ਮੰਗਣਾ ਨਹੀਂ ਆਉਂਦਾ, ਤੂੰ ਮੇਰੀ ਥਾਂ ਦੇ ਉੱਤੇ ਮੰਗ, ਤੂੰ ਆ, ਤੂੰ ਮੇਰੀ ਅਰਦਾਸ ਕਰ। ਤੇ ਨਾ ਹੀ ਉਹ ਖਾਸ ਭਟਾਵਾਂ ਦੇ ਕੇ ਮੰਗਦਾ ਹੈ ਕਿ ਮੇਰੀ ਲੋੜ ਪੂਰੀ ਕਰ, ਮੈਂ ਤੈਨੂੰ ਇਹ ਦੇ ਰਿਹਾ ਹਾਂ, ਹੁਣ ਤੂੰ ਮੇਰੀ ਲੋੜ ਪੂਰੀ ਕਰ। ਇਹ ਤਾਂ ਸੌਦੇਬਾਜ਼ੀ ਹੋਈ ਨਾ। ਜਿਹੜਾ ਲੋੜਵੰਦ ਹੁੰਦਾ ਉਹ ਏਦਾਂ ਨਹੀਂ ਮੰਗਦਾ। ਮੰਗਣ ਲਈ ਇੱਕੋ ਚੀਜ਼ ਦੀ ਲੋੜ ਹੈ, ਮੰਗਣ ਲਈ ਇੱਕੋ ਚੀਜ਼ ਦੀ ਲੋੜ ਹੈ, ਉਹ ਹੈ ਇੱਕ ਆਰਤੇ ਭਾਵ ਮੰਗਤੇ ਲੋੜਵੰਦ ਵਾਲੀ ਸਾਈਕੋਲੋਜੀ ਦੀ, ਉਹ ਮਾਨਸਿਕ ਅਵਸਥਾ ਦੀ, ਜਿਹੜੀ ਜੇ ਅਸੀਂ ਪ੍ਰਭੂ ਦੇ ਦਰ ਤੋਂ ਮੰਗਣਾ ਤੇ ਸਾਨੂੰ ਉਸ ਮਨੋ ਸਥਿਤੀ ਦੇ ਵਿੱਚ ਆਉਣਾ ਪਏਗਾ
ਜਿਹੜੀ ਇੱਕ ਲੋੜਵੰਦ ਦੀ ਹੁੰਦੀ ਹੈ, ਉਹਦੀ ਅਧੀਨਗੀ, ਉਹਦੀ ਨਿਮਰਤਾ, ਉਹ ਉਹਦਾ ਮੰਗਣ ਦਾ ਢੰਗ, ਫਿਰ ਸਾਨੂੰ ਕਿਸੇ ਤੋਂ ਸਿੱਖਣਾ ਨਹੀਂ ਪੈਂਦਾ, ਕਿਸੇ ਦੀ ਹੈਲਪ ਨਹੀਂ ਲੈਣੀ ਪੈਂਦੀ। ਫਿਰ ਜਦੋਂ ਉਹ ਨਿਮਰਤਾ, ਉਹ ਅਧੀਨਗੀ, ਉਹ ਇੱਕ ਦੀਨ ਵਾਲੀ ਅਵਸਥਾ ਜਿਹਨੂੰ ਕਹਿੰਦੇ ਹਾਂ ਅਸੀਂ, ਉਹਦੇ ਵਿੱਚ ਆ ਕੇ ਕੋਈ ਮੰਗਦਾ ਹੈ, ਤੇ ਫਿਰ ਗੱਲ ਬਣ ਸਕਦੀ ਹੈ। ਇਸ ਗੱਲ ਨੂੰ ਗੁਰਬਾਣੀ ਵਿੱਚ ਹੋਰ ਵੀ ਬੜੀਆਂ ਥਾਵਾਂ ਤੇ ਬੜੇ ਸੁੰਦਰ ਸ਼ਬਦਾਂ ਦੇ ਵਿੱਚ ਸਾਨੂੰ ਸਮਝਾਇਆ ਗਿਆ ਹੈ। ਮੰਗਤ ਜਨ ਦੀਨ, ਖਰੇ ਦਰ ਠਾਂਡੇ, ਅਤ ਤਰਸਨ ਕੋ ਦਾਨ ਦੀ। ਹੁਣ ਉਹ ਤਰਸ ਤੇ ਤਾਂ ਹੀ ਖਾਏਗਾ ਨਾ ਸਾਡੇ ਉੱਤੇ। ਉਹ ਤਰਸ ਸਾਡੇ ਤੇ ਤਾਂ ਹੀ ਖਾਏਗਾ ਜੇ ਸਾਡੀ ਇਹ ਅਵਸਥਾ ਹੋਏਗੀ, ਜੇ ਅਸੀਂ ਮੰਗ ਨੂੰ ਇਸ ਤਰ੍ਹਾਂ ਰੱਖਾਂਗੇ। ਤਾਂ ਗੱਲ ਇਹ ਹੈ, ਭਗਤ ਜੀ ਕਹਿ ਰਹੇ ਨੇ ਕਿ ਜੇ ਪ੍ਰਭੂ ਦੇ ਦਰ ਤੇ ਜਾ ਕੇ ਮੰਗਣਾ ਹੈ, ਫਿਰ ਅਧੀਨਗੀ ਰੱਖ। ਤੇ ਇਹੀ ਉਹ ਚੀਜ਼ ਹੈ ਜਿਹੜੀ ਪ੍ਰਭੂ ਨੂੰ ਸਾਡੇ ਤੇ ਤਰਸ ਆਵੇ ਤੇ ਉਹ ਸਾਡੇ ਤੇ ਮਿਹਰ ਕਰਵਾ ਸਕਦੀ ਹੈ। ਬਾਕੀ ਸਭ ਜੋ ਅਸੀਂ ਤਕਨੀਕਾਂ, ਜੋ ਢੰਗ, ਫਲਾਣੇ ਤੋਂ ਅਰਦਾਸ ਕਰਾ, ਪਹਿਲਾਂ ਇਹ ਭੇਟਾ ਕਰ, ਇੰਨੇ ਦਾ ਇਹ ਕਰ, ਇਹ ਰੁਮਾਲਾ ਚੜਾ, ਇਹ ਚੜਾ, ਉਹ ਚੜਾ, ਉਹ ਸਭ ਚੀਜ਼ਾਂ ਫਜ਼ੂਲ ਹਨ। ਅਸਲ ਚੀਜ਼ ਇੱਕੋ ਹੀ ਹੈ ਕਿ ਕੀ ਸਾਡੀ ਆਰਤੇ ਵਾਲੀ ਅਵਸਥਾ ਬਣੀ। ਜੇ ਆਰਤੇ ਵਾਲੀ ਅਵਸਥਾ ਹੈ ਤੇ ਫਿਰ ਨਿਸ਼ਚੇ ਹੀ ਪ੍ਰਭੂ ਸਾਡੇ ਤੇ ਕਿਰਪਾ ਕਰੇਗਾ। ਪਰ ਇਹਦੀ ਅਗਲੀ ਪੰਕਤੀ 'ਚ ਇੱਕ ਹੋਰ ਕੰਡੀਸ਼ਨ ਵੀ ਨਾਲ ਉਹਨਾਂ ਨੇ ਲਾ ਦਿੱਤੀ। ਬਸ ਇੱਕੋ ਹੀ ਚੀਜ਼ ਹੈ, ਸਾਡੀ ਅਧੀਨਗੀ, ਨਿਮਰਤਾ, ਜਿਹੜੀ ਸਾਡੇ ਵਾਸਤੇ ਕਿਸੇ ਕੰਮ ਆ ਸਕਦੀ ਹੈ। ਪਰ ਆਰਤਾ ਬਣਨ ਦੇ ਲਈ ਉਹ ਕੀ ਕਹਿ ਰਹੇ ਹਨ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾ। ਇਹੋ ਸਮਝੀਏ ਕਿ ਭਗਤ ਜੀ ਨੇ ਸਾਨੂੰ ਇਹ ਐਲੀਜੀਬਿਲਟੀ ਕ੍ਰਾਈਟੇਰੀਆ ਵੀ ਨਾਲ ਦੱਸ ਦਿੱਤਾ ਵੀ ਜੇ ਪ੍ਰਭੂ ਦੇ ਅੱਗੇ ਮੰਗਾਂ ਰੱਖਣੀਆਂ ਨੇ, ਪਹਿਲਾਂ ਐਲੀਜੀਬਲ ਤਾਂ ਹੋ ਭਾਈ। ਜੋ ਮਨੁੱਖ ਤੇਰੀ ਭਗਤੀ ਕਰਦੇ ਹਨ, ਤਾਂ ਉਹਨਾਂ ਦੇ ਕੰਮ ਸਵਾਰਦਾ ਹੈ, ਉਹਨਾਂ ਦੇ ਕੰਮ ਸਿਰੇ ਚਾੜਦਾ, ਸਵਾਰਦਾ। ਪ੍ਰਭੂ ਜੀ ਤਾਂ ਸਾਰੇ ਜਗਤ ਦੀ ਪ੍ਰਤਪਾਲਨਾ ਕਰ ਰਹੇ ਨੇ। ਉਹ ਤਾਂ ਨਿੰਦਕਾਂ ਨੂੰ, ਪਾਪੀਆਂ ਨੂੰ, ਅਕਿਰਤ ਘਰਾਂ ਨੂੰ, ਸਭ ਨੂੰ ਪਾਲੀ ਜਾ ਰਹੇ ਨੇ। ਉਹਨਾਂ ਨੇ ਆਪਣੇ ਹੁਕਮ ਦੇ ਵਿੱਚ, ਆਪਣੀ ਰਜ਼ਾ ਦੇ ਵਿੱਚ ਸਾਰਿਆਂ ਦੀ ਪਾਲਣਾ ਦਾ, ਸਾਰਿਆਂ ਦੀ ਸੰਭਾਲ ਦਾ ਇੰਤਜ਼ਾਮ ਕੀਤਾ ਹੋਇਆ। ਹੁਣ ਉਹ ਤੇ ਉਹਨਾਂ ਦਾ ਬਿਰਧ ਹੈ, ਉਹ ਤਾਂ ਕਰ ਹੀ ਰਹੇ ਹਨ। ਸਭ ਨੂੰ ਰਿਜ਼ਕ ਦੇ ਰਹੇ ਹਨ, ਸਭ ਨੂੰ ਜੋ ਉਹਦੀ ਲੋੜ ਹੈ ਉਹ ਦੇ ਰਹੇ ਹਨ। ਪਰ ਜੇ ਅਸੀਂ ਲੋੜਵੰਦ ਬਣ ਕੇ ਉਹਦੇ ਦਰ ਤੇ ਜਾਣਾ ਹੀ ਹੈ, ਤਾਂ ਫਿਰ ਸਾਨੂੰ ਉਹਦੇ ਲਈ ਐਲੀਜੀਬਲ, ਯੋਗ ਬਣਨਾ ਪਵੇਗਾ ਕਿ ਪ੍ਰਭੂ ਸਾਨੂੰ ਪਿਆਰ ਕਰਨ ਲੱਗ ਜਾਵੇ। ਇੰਨਾ ਪਿਆਰ ਕਰੇ, ਇੰਨਾ ਪਿਆਰ ਕਰੇ ਕਿ ਉਹ ਸਾਡੀਆਂ ਲੋੜਾਂ ਪੂਰੀਆਂ ਕਰਨ ਦਾ ਹੁਕਮ ਦੇ ਦੇਵੇ, ਤੇ ਫਿਰ ਲੋੜਾਂ ਪੂਰੀਆਂ ਹੋ ਜਾਣਗੀਆਂ। ਹੁਣ ਪਿਤਾ ਕਿਰਪਾਲ, ਆਗਿਆ ਇਹ ਦੀਨੀ, ਬਾਰਕ ਮੁਖ ਮੰਗੈ ਸੋ ਦੇ। ਜੇ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੀਆਂ ਮੰਗਾਂ ਮੰਨੇ, ਸਾਡੇ ਮਨ ਚ ਆਏ ਕਾਰਜ ਸਵਾਰੇ, ਤਾਂ ਫਿਰ ਸਾਨੂੰ ਜਿਵੇਂ ਇਸ ਪੰਕਤੀ ਦੇ ਵਿੱਚ ਸਤਿਗੁਰੂ ਜੀ ਨੇ ਦੱਸਿਆ, ਫਿਰ ਉਹਦੇ ਬਾਰਕ ਬਣਨਾ ਪਵੇਗਾ। ਬਾਰਕ ਮੁਖ ਮੰਗੈ ਸੋ। ਜਾਂ ਭਗਤ ਜੀ ਦੇ ਸ਼ਬਦ ਲੈ ਲਈਏ, ਜੋ ਜਨ ਤੁਮਰੀ ਭਗਤ ਕਰਨ ਤੇ ਉਹਦੇ ਜਨ ਬਣਨਾ ਪਵੇਗਾ। ਉਹਦੇ ਬਾਰਕ ਬਣੀਏ ਜਾਂ ਉਹਦੇ ਜਨ ਬਣੀਏ, ਗੱਲ ਤਾਂ ਇੱਕੋ ਹੀ ਹੈ। ਦੋਵੇਂ ਹੀ ਉਹ ਹਨ ਜਿਹੜੇ ਉਹਦੇ ਪਿਆਰ ਵਿੱਚ ਭਿੱਜੇ ਹੋਏ ਆ, ਜਿਨ੍ਹਾਂ ਦੇ ਅੰਦਰ ਉਹਨਾਂ ਦਾ ਪਿਆਰ ਵਸ ਗਿਆ ਹੈ। ਜੋ ਜਨ ਤੁਮਰੀ ਭਗਤ ਕਰਨ ਤੇ, ਭਗਤ ਕੀ ਹੈ? ਪ੍ਰੇਮ ਦੇ ਨਾਲ ਉਹਦੇ ਨਾਲ ਲਿਵ ਹਰ ਵੇਲੇ ਜੁੜੀ ਰਹੇ, ਇਹੀ ਭਗਤੀ ਹੈ। ਕਿਸੇ ਟੈਕਨੀਕ ਦਾ ਨਾਮ ਨਹੀਂ ਹੈ। ਇਹ ਕਿਸੇ ਐਸੀ ਕੋਈ ਤਕਨੀਕਾਂ ਜਿਵੇਂ ਸਾਨੂੰ ਅੱਜ ਕੱਲ੍ਹ ਸਿਖਾਈਆਂ ਜਾ ਰਹੀਆਂ, ਉਹਨਾਂ ਦਾ ਨਾਮ ਭਗਤੀ ਨਹੀਂ ਹੈ। ਉਹਨਾਂ ਦਾ ਨਾਮ, ਉਹਨਾਂ ਤਕਨੀਕਾਂ ਦਾ ਨਾਮ ਜਪਣਾ ਨਹੀਂ ਹੈ। ਭਗਤੀ ਦੇ ਅਰਥ ਤਾਂ ਇੱਕੋ ਹੀ ਹਨ ਕਿ ਪ੍ਰੇਮ ਦੇ ਵਿੱਚ ਉਹ ਅਵਸਥਾ ਬਣ ਜਾਏ ਕਿ ਸਾਨੂੰ ਹਰ ਵੇਲੇ ਉਸ ਤੋਂ ਇਲਾਵਾ ਹੋਰ ਕਿਸੇ ਵੱਲ ਧਿਆਨ ਹੀ ਨਾ ਜਾਵੇ। ਇਹ ਭਗਤੀ ਹੁੰਦੀ ਹੈ। ਤੇ ਬਾਰਕ ਦੀ ਤਾਂ ਅਵਸਥਾ ਹੀ ਇਹ ਹੁੰਦੀ ਹੈ। ਕਿਸੇ ਬੱਚੇ ਨੂੰ ਦੇਖ ਲਓ, ਉਹਨੂੰ ਮਾਂ ਤੋਂ ਇਲਾਵਾ ਤਾਂ ਕੋਈ ਸੁਝਦਾ ਹੀ ਨਹੀਂ। ਹਰ ਚੀਜ਼ ਦੀ ਲੋੜ ਦੀ ਪੂਰਤੀ ਉਹਨੇ ਮਾਂ ਤੋਂ ਕਰਨੀ ਹੈ। ਉਹ ਦੁਖੀ ਹੋਇਆ ਤੇ ਤਾਂ ਮਾਂ ਕੋਲ ਜਾਣਾ, ਖੁਸ਼ ਹੋਇਆ ਤੇ ਤਾਂ ਮਾਂ ਕੋਲ ਜਾਣਾ। ਤੇ ਸਤਿਗੁਰੂ ਜੀ ਇਹੀ ਕਹਿ ਰਹੇ ਹਨ ਕਿ ਜਦੋਂ ਉਹਦੇ ਬਾਰਕ ਬਣ ਜਾਵਾਂਗੇ, ਤੇ ਫਿਰ ਪਿਤਾ ਕਿਰਪਾਲ ਨੇ ਆਗਿਆ ਕਰ ਦੇਣੀ ਹੈ ਕਿ ਜੋ ਇਹ ਮੰਗੇ ਇਹਨੂੰ ਦੇਈ ਜਾਣਾ ਭਾਈ। ਇਹਦੀ ਕੋਈ ਲੋੜ ਅਧੂਰੀ ਨਹੀਂ ਰਹਿਣ ਦੇਣੀ। ਹੁਣ ਜਿਹੜੀ ਗੱਲ ਭਗਤ ਜੀ ਪਹਿਲਾਂ ਆਪਣੀ ਇਸ ਪੰਕਤੀ 'ਚ ਕਹਿ ਰਹੇ ਹਨ ਕਿ ਜੋ ਜਨ ਤੁਮਰੀ ਭਗਤ ਕਰਨ ਤੇ
ਤਿਨਕੇ ਕਾਜ ਸਵਾਰਤਾ, ਉਹੀ ਐਲੀਜੀਬਲ ਹਨ ਆਰਤਾ ਬਣਨ ਲਈ। ਇੱਥੇ ਹੁਣ ਬਾਰਕ ਬਣਨ ਦੀ ਵੀ ਐਲੀਜੀਬਿਲਿਟੀ ਪੰਚਮ ਪਾਤਸ਼ਾਹ ਅੱਗੇ ਦੱਸ ਰਹੇ ਹਨ। ਨਾਨਕ ਬਾਰਕ ਦਰਸ ਪ੍ਰਭ ਚਾਹੇ, ਮੋਹਿ ਹਿਰਦੇ ਬਸੈ ਨਿਤ ਚ। ਹੁਣ ਮਤਲਬ ਬਾਰਕ ਦਾ ਉਹਨਾਂ ਨੇ ਕਿ ਬਾਰਕ ਹੈ ਕੌਣ? ਜਿਹਨੂੰ ਸਵਾਏ ਉਸ ਪ੍ਰਭੂ ਦੇ ਦਰਸ਼ਨਾਂ ਦੀ ਹੋਰ ਮਨ ਦੇ ਵਿੱਚ ਕੋਈ ਇੱਛਾ ਹੀ ਨਾ ਹੋਵੇ, ਔਰ ਉਹਦੇ ਚਰਨਾਂ 'ਚ ਕੀ ਵਸਿਆ ਹੋਵੇ? ਉਸ ਪ੍ਰਭੂ ਦੀ ਯਾਦ, ਉਹਦੇ ਚਰਨ ਵਸੇ। ਤੋ ਇਹ ਰਹਾਉ ਦੀ ਪੰਕਤੀ ਜਿਹਦੀ ਆਪਾਂ ਵਿਚਾਰ ਕੀਤੀ ਹੈ, ਭਗਤ ਜੀ ਨੇ ਸਾਨੂੰ ਦੋ ਗੱਲਾਂ ਸਮਝਾਈਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਅਕਾਲ ਪੁਰਖ ਗੋਪਾਲ ਦੇ ਅੱਗੇ ਕੋਈ ਮੰਗ ਰੱਖਣੀ ਹੈ ਤਾਂ ਉਹ ਆਰਤਾ ਬਣ ਕੇ ਰੱਖ, ਨਿਮਰਤਾ ਨਾਲ, ਅਧੀਨਗੀ ਨਾਲ, ਜੈਸੇ ਇੱਕ ਮੰਗਤਾ ਹੁੰਦਾ ਉਹ ਬਣ ਕੇ ਰੱਖ। ਪਰ ਉਹ ਰੱਖਣ ਤੋਂ ਪਹਿਲੇ ਵੀ ਇਹ ਦੇਖ ਲੈ ਕਿ ਤੂੰ ਐਲੀਜੀਬਲ ਹੈ। ਅਸੀਂ ਮੰਗਾਂ ਤਾਂ ਰੱਖ ਦਿੰਦੇ ਆ ਜਾ ਕੇ, ਸਾਨੂੰ ਇੰਜ ਲੱਗਦਾ ਕਿ ਅਸੀਂ ਆਹ ਭੇਟਾ ਦੇ ਦਿੱਤੀ ਤੇ ਅਸੀਂ ਐਲੀਜੀਬਲ ਹੋ ਗਏ। ਪਰ ਭਗਤ ਜੀ ਐਲੀਜੀਬਿਲਿਟੀ ਕੀ ਦੱਸ ਰਹੇ ਹਨ? ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਜਿਹੜੇ ਉਹਦੇ ਨਾਲ ਪ੍ਰੇਮ ਕਰਦੇ ਨੇ, ਕਾਰਜ ਤਾਂ ਉਹ ਉਹਨਾਂ ਦੇ ਹੀ ਸਵਾਰਦਾ ਹੈ। ਹਾਂ, ਇਹ ਠੀਕ ਹੈ, ਉਹ ਪ੍ਰਤਪਾਲਕ ਹੈ, ਉਹ ਪਾਪੀਆਂ, ਦੀਨਾ, ਅਕਿਰਤ ਘਣਾ, ਚੰਗੇ ਕੰਮ ਕਰਨ ਵਾਲੇ, ਮਾੜੇ ਕੰਮ ਕਰਨ ਵਾਲੇ, ਜਗਤ ਦੇ ਹਰ ਜੀਵ, ਜਾਨਵਰ, ਪੰਛੀ, ਮਨੁੱਖ, ਵਨਸਪਤੀ, ਹਰ ਇੱਕ ਦੀਆਂ ਲੋੜਾਂ ਤਾਂ ਉਹ ਪੂਰੀਆਂ ਕਰੀ ਜਾ ਰਿਹਾ ਹੈ। ਪਰ ਜੇ ਮੰਗਣ ਤੋਂ ਤੁਰਿਆ ਹੀ ਹੈ ਤਾਂ ਘੱਟੋ ਘੱਟ ਪਹਿਲਾਂ ਉਹਦੇ ਲਈ ਐਲੀਜੀਬਿਲਿਟੀ ਆਪਣੀ ਬਣਾ, ਫੇਰ ਕੋਈ ਉਸ ਅਕਾਲ ਪੁਰਖ ਦੇ ਅੱਗੇ ਮੰਗ ਰੱਖ। ਹੁਣ ਇੱਕ ਹੋਰ ਥਾਂ ਤੇ ਵੀ ਸਤਿਗੁਰੂ ਕਹਿੰਦੇ ਹਨ, ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ, ਤਿਸ ਬਾਰਕ ਭੂਖ ਕੈਸੀ। ਵੀ ਜਿਹੜਾ ਜਿਹਨੇ ਉਹਨੂੰ ਪਿਓ ਬਣਾ ਲਿਆ, ਉਹਦਾ ਬਾਰਕ ਬਣ ਗਿਆ, ਫਿਰ ਉਹਦੇ ਵਿੱਚ ਤਾਂ, ਉਹਦੇ ਅੰਦਰ ਤਾਂ ਕੋਈ ਭੁੱਖ ਰਹਿ ਹੀ ਨਹੀਂ ਜਾਏਗੀ। ਕਿਉਂ? ਕਿਉਂਕਿ ਉਹਦਾ ਤੇ ਸਭ ਭੁੱਖਾਂ ਉਹਨੇ ਪੂਰੀਆਂ ਕਰ ਦੇਣੀਆਂ। ਤੇ ਅੱਗੇ ਫੇਰ ਉਹੀ ਗੱਲ ਸਾਨੂੰ ਸਮਝਾ ਰਹੇ ਹਨ ਜੋ ਭਗਤ ਜੀ ਨੇ ਸਮਝਾਈ ਹੈ, ਜਾਂ ਪਹਿਲਾਂ ਵੀ ਪੰਚਮ ਪਾਤਸ਼ਾਹ ਨੇ ਸਮਝਾਈ ਹੈ, ਕਿ ਨਵਨਿਧ ਨਾਮ ਨਿਧਾਨ ਗ੍ਰਹਿ ਤੇਰੇ। ਹੁਣ ਉਹਦੇ ਦਰ ਤੇ ਇਹ ਸਭ ਕੁਝ ਹੈ। ਨੌ ਨਿਧਾਂ ਹਨ, ਨਾਮ ਦਾ ਖਜ਼ਾਨਾ ਹੈ, ਮਨ ਬਾਂਛੈ ਸੋ ਵੈਸੀ। ਸਾਰੇ ਨਵ ਨਿਧਾਂ ਵੀ ਹਨ ਤੇ ਨਾਮ ਦਾ ਵੀ ਨਿਧਾਨ ਹੈ। ਜੋ ਉਹ ਮੰਗਦਾ ਉਹਨੂੰ ਪ੍ਰਾਪਤ ਹੋ ਜਾ। ਉਹਦਾ ਬਾਰਕ ਬਣਨਾ ਪਏਗਾ, ਉਹਦਾ ਆਰਤਾ ਬਣਨਾ ਪਏਗਾ, ਉਹਦਾ ਜਨ ਬਣਨਾ ਪਏਗਾ, ਤੇ ਫੇਰ ਅਸੀਂ ਮੰਗਣ ਵਾਲੀ ਗੱਲ ਕਰੀਏ। ਪਰ ਅਸੀਂ ਵੀ ਕੈਸੇ ਮੂਰਖ ਹਾਂ, ਅਸੀਂ ਤਾਂ ਮੰਗਣ ਤੁਰ ਪੈਂਦੇ ਹਾਂ, ਆਪਣੇ ਅੰਦਰ ਤਾਂ ਕਦੀ ਝਾਤੀ ਮਾਰਦੇ ਹੀ ਨਹੀਂ ਕਿ ਮੈਂ ਮੰਗਣ ਦੇ ਯੋਗ ਵੀ ਹੈ, ਮੇਰੀ ਐਲੀਜੀਬਿਲਿਟੀ ਬਣਦੀ ਵੀ ਹੈ ਕਿ ਨਹੀਂ ਬਣਦੀ। ਜੇ ਐਲੀਜੀਬਿਲਿਟੀ ਨਹੀਂ ਬਣਦੀ ਤਾਂ ਫਿਰ ਮੈਂ ਕੀ ਮੰਗਣ ਜਾਵਾਂਗਾ? ਤਾਂ ਫਿਰ ਜੋ ਮੰਗਣ ਜਾਵਾਂਗਾ ਉਹ ਵਿਅਰਥ ਹੈ। ਹੁਣ ਗੱਲ ਇੱਕ ਐਲੀਜੀਬਿਲਿਟੀ ਬਣ ਗਈ ਤੇ ਫਿਰ ਉਸ ਤੋਂ ਅੱਗੇ ਭਗਤ ਜੀ ਸਾਨੂੰ ਹੋਰ ਬੜਾ ਕੁਝ ਸਮਝਾ ਰਹੇ ਹਨ ਇਸ ਛੋਟੇ ਜਿਹੇ ਸ਼ਬਦ ਦੇ ਵਿੱਚ। ਅੱਗੇ ਆਪ ਫਰਮਾ ਰਹੇ ਹਨ, ਦਾਲ ਸੀਧਾ ਮੰਗੋ ਘਿਓ, ਹਮਰਾ ਖੁਸ਼ੀ ਕਰੇ ਨੇ। ਹੁਣ ਭਗਤ ਜੀ ਨੇ ਆਪਣੀ ਡਿਮਾਂਡ ਰੱਖੀ ਹੈ ਕਿ ਹੇ ਪ੍ਰਭੂ, ਮੈਨੂੰ ਤੇਰੇ ਦਰ ਤੋਂ ਮੈਂ ਕੀ ਮੰਗਦਾ ਹਾਂ? ਤੇਰੇ ਦਰ ਤੋਂ ਦਾਲ ਤੇ ਸੀਧਾ ਹੋ ਗਿਆ ਆਟਾ, ਤੇ ਮੰਗੋ ਘਿਓ। ਦਾਲ, ਆਟਾ ਤੇ ਘਿਓ ਮੰਗਿਆ ਉਹਨਾਂ ਨੇ। ਕਿਉਂ? ਹਮਰਾ ਖੁਸ਼ੀ ਕਰੇ ਨਿਤ ਜੀ। ਹੁਣ ਇੱਥੇ ਇਹ ਜ਼ਰਾ ਆਪਾਂ ਧਿਆਨ ਨਾਲ ਸੁਣੀਏ ਇਹਨੂੰ। ਭਗਤ ਜੀ ਸਾਨੂੰ ਸਮਝਾ ਰਹੇ ਹਨ ਕਿ ਅਸੀਂ ਮੰਗਣਾ ਹੈ ਕੀ ਹੈ। ਤੇ ਅਗਲੀ ਪੰਕਤੀ ਦੇ ਵਿੱਚ ਕਹਿ ਰਹੇ ਹਨ, ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ। ਪਨੀਆਂ ਮਤਲਬ ਪੈਰ ਚ ਪਾਉਣ ਵਾਲੀ ਜੁੱਤੀ, ਛਾਦਨ ਕੱਪੜੇ, ਪਹਿਰਾਵਾ ਜਿਹੜਾ ਅਸੀਂ ਪਾਉਂਦੇ ਹਾਂ, ਤੇ ਨੀਕਾ ਮਤਲਬ ਚੰਗਾ। ਹੁਣ ਚੰਗੀ ਜੁੱਤੀ ਤੇ ਚੰਗਾ ਪਹਿਰਾਵਾ ਮੰਗ ਲਿਆ ਭਗਤ ਜੀ ਨੇ ਵੀ ਮੈਨੂੰ ਇਹ ਦੇ, ਹੇ ਗੋਪਾਲ, ਅਨਾਜ ਮੰਗੋ ਸਤ ਸੀਕਾ। ਹੁਣ ਤਾਂ ਸਾਡੇ ਬੜੇ ਕ੍ਰਾਈਟੇਰੀਆ ਹੋ ਗਏ ਖਾਣ ਨੂੰ, ਚੀਜ਼ ਕਿਹੜੀ ਵਧੀਆ ਹੈ, ਕਿਹੜੀ ਘਟੀਆ ਹੈ। ਉਹਨਾਂ ਭਲੇ ਵਕਤਾਂ ਦੇ ਵਿੱਚ ਸਭ ਕੁਝ ਹੀ ਚੰਗਾ ਹੁੰਦਾ ਸੀ, ਤੇ ਉਹਦੇ ਵਿੱਚੋਂ ਜਿਹੜਾ ਹੋਰ ਚੰਗਾ, ਸਭ ਤੋਂ ਚੰਗਾ ਗਿਣਿਆ ਜਾਂਦਾ ਸੀ, ਜਦੋਂ ਖੇਤੀ ਕੀਤੀ ਜਾਂਦੀ ਸੀ ਤਾਂ ਚੰਗੀ ਤਰ੍ਹਾਂ ਖੇਤ ਨੂੰ ਵਾਹਿਆ ਜਾਂਦਾ ਸੀ। 7 ਵਾਰੀ ਵਾਹਣ ਤੋਂ ਬਾਅਦ ਕਿਹਾ ਜਾਂਦਾ ਸੀ ਵੀ ਹੁਣ ਇਹਦੇ 'ਚ ਜਿਹੜਾ ਅਨਾਜ ਉਪਜੇਗਾ, ਉਹ ਪੈਦਾ ਹੋਏਗਾ, ਉਹ ਤੇ ਸਭ ਤੋਂ ਚੰਗਾ ਹੋਏ। ਉਹਨੂੰ ਸੱਤ ਸੀਆਂ ਵਾਲਾ ਅਨਾਜ ਮੰਗਿਆ। ਭਾਵ ਸਭ ਤੋਂ ਵਧੀਆ ਅਨਾਜ ਭਗਤ ਜੀ ਮੰਗ ਰਹੇ ਹਨ। ਇੱਕ ਪਾਸੇ ਦਾਲ ਮੰਗ ਰਹੇ ਹਨ, ਇੱਕ ਪਾਸੇ ਆਟਾ ਮੰਗ ਰਹੇ ਹਨ, ਘਿਓ ਮੰਗ ਰਹੇ ਹਨ, ਫਿਰ ਜੁੱਤੀ ਮੰਗੀ ਹੈ, ਕੱਪੜੇ ਚੰਗੇ ਮੰਗੇ ਨੇ, ਤੇ ਫਿਰ ਅਨਾਜ ਉਹਨਾਂ ਨੇ ਕਿਹਾ ਮੈਨੂੰ ਸਭ ਤੋਂ ਵਧੀਆ ਵਾਲਾ ਅਨਾਜ ਦੇ ਤੂੰ।
ਹੁਣ ਇਹ ਸਾਰੀਆਂ ਲੋੜਾਂ ਕੀ ਹਨ? ਆਪਣੇ ਸਰੀਰ ਨੂੰ ਜ਼ਿੰਦਾ ਰੱਖਣ ਵਾਸਤੇ ਜੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਸਾਰੀਆਂ ਉਹ ਹਨ। ਚੰਗਾ ਜੀਵਨ ਜੀਣ ਲਈ, ਠੀਕ-ਠਾਕ ਢੰਗ ਨਾਲ ਜੀਵਨ ਜੀਣ ਲਈ ਜੋ ਚੀਜ਼ਾਂ ਚਾਹੀਦੀਆਂ ਹਨ, ਭੋਜਨ ਚਾਹੀਦਾ ਹੈ ਤੇ ਬਾਕੀ ਨਾਲ ਸਰੀਰ ਦੀਆਂ ਹੋਰ ਲੋੜਾਂ ਚਾਹੀਦੀਆਂ ਹਨ, ਇਹ ਉਹਨਾਂ ਨੇ ਮੰਗੀਆਂ। ਹੁਣ ਉਹ ਸਾਨੂੰ ਸਮਝਾ ਰਹੇ ਹਨ ਕਿ ਜੇ ਤੂੰ ਮੰਗਣ ਤੁਰਿਆ ਹੀ ਹੈ ਨਾ, ਤੇ ਉਹ ਚੀਜ਼ਾਂ ਮੰਗ ਜਿਹੜੀਆਂ ਤੇਰੀਆਂ ਨੈਸੈਸਿਟੀਜ਼ ਨੇ। ਉਹ ਕੁਝ ਮੰਗ ਜਿਹੜੀਆਂ ਤੇਰੇ ਸਰੀਰ ਨੂੰ ਚੰਗਾ, ਹੈਲਦੀ, ਇਸ ਕੰਮ ਦੇ ਯੋਗ ਬਣਾਉਣ, ਤੇਰੇ ਜੀਵਨ ਨੂੰ ਐਸਾ ਬਣਾ ਦੇਣ ਕਿ ਤੂੰ ਪ੍ਰਭੂ ਦੇ ਦਰ ਤੇ ਮੰਗਤਾ ਬਣਨ ਦੀ ਐਲੀਜੀਬਿਲਟੀ ਨੂੰ ਪੂਰਾ ਕਰ ਸਕੇ। ਕਿਉਂਕਿ ਸਾਨੂੰ ਪਹਿਲੇ ਸਮਝਾਇਆ ਨਾ ਉਹਨਾਂ ਨੇ ਕਿ ਜੇ ਮੰਗਣਾ ਹੈ ਤੇ ਉਹਦੇ ਲਈ ਕੀ ਚਾਹੀਦਾ? ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਉਹ ਅਵਸਥਾ ਤੱਕ ਪਹੁੰਚਣ ਦੇ ਵਾਸਤੇ ਸਾਨੂੰ ਸਰੀਰ ਦੀਆਂ ਲੋੜਾਂ ਚੰਗੀ ਤਰ੍ਹਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਜੇ ਉਹਦੇ ਭਗਤ ਵੀ ਬਣਨਾ ਹੈ, ਉਹਦੀ ਭਗਤੀ ਵੀ ਕਰਨੀ ਹੈ, ਪ੍ਰਭੂ ਦੀ ਹਜ਼ੂਰੀ ਦਾ ਵੀ ਜੀਵਨ ਜਿਉਣਾ ਹੈ, ਤਾਂ ਸਰੀਰ ਤਾਂ ਸਿਹਤਮੰਦ ਚਾਹੀਦਾ ਹੀ ਹੈ ਨਾ ਜੀ। ਇਹ ਮੰਗ ਵੀ ਅਸਲ ਦੇ ਵਿੱਚ ਭਗਤੀ ਦੀ ਹੀ ਮੰਗ ਹੈ। ਇਹ ਭਗਤੀ ਕਰਨ ਦੀ ਸਮਰੱਥਾ ਮੰਗ ਰਹੇ ਹਨ ਕਿ ਮੈਨੂੰ ਇਹ ਸਾਰੀਆਂ ਚੀਜ਼ਾਂ ਹੇ ਗੋਪਾਲ ਦੇ, ਤਾਂ ਕਿ ਮੈਂ ਆਪਣੇ ਸਰੀਰ ਨੂੰ ਸਵਸਥ ਰੱਖ ਸਕਾਂ, ਸਿਹਤਮੰਦ ਬਣਾ ਸਕਾਂ, ਮੇਰਾ ਸਰੀਰ ਚੰਗੀ ਹੈਲਥ ਵਾਲਾ ਹੋਵੇ, ਤਾਂ ਕਿ ਮੈਂ ਤੇਰੀ ਭਗਤੀ ਕਰ ਸਕਾਂ। ਇਹ ਮੰਗ ਮੰਗੀ ਆ ਉਹਦੇ ਚੋਂ। ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ। ਹੁਣ ਇਹਨੂੰ ਰਾਓ ਦੀ ਪੰਕਤੀ ਦੇ ਨਾਲ ਮਿਲਾ ਕੇ ਸਮਝੀਏ ਤੇ ਉਹ ਕਹਿ ਰਹੇ ਨੇ ਕਿ ਮੈਨੂੰ ਇਹ ਭਗਤੀ ਕਰਨ ਲਈ ਵੀ ਇਹ ਚੀਜ਼ਾਂ ਚਾਹੀਦੀਆਂ ਨੇ, ਤੇ ਇਹ ਗੋਪਾਲ ਮੈਨੂੰ ਦੇ, ਚੰਗੀਆਂ ਚੀਜ਼ਾਂ ਦੇ, ਮੈਂ ਤੇਰਾ ਭਗਤ ਹਾਂ, ਮੈਨੂੰ ਕੋਈ ਚੀਜ਼ ਮਾੜੀ ਨਹੀਂ, ਮੈਨੂੰ ਚੰਗੀਆਂ ਚੀਜ਼ਾਂ ਦੇ। ਹੁਣ ਆਓ ਆਪਣੇ ਵੱਲ ਅਸੀਂ ਝਾਤੀ ਮਾਰੀਏ ਕਿ ਅਸੀਂ ਕੀ ਮੰਗਦੇ ਹਾਂ। ਕਿ ਇਹਦੀ ਕਦੀ ਅਸੀਂ ਇਹ ਚੀਜ਼ਾਂ ਮੰਗੀਆਂ ਨੇ ਅਕਾਲ ਪੁਰਖ ਕਿ ਮੈਨੂੰ ਚੰਗਾ ਭੋਜਨ ਦੇ, ਚੰਗਾ ਪਹਿਨਣ ਦੇ? ਅਸੀਂ ਕਦੀ ਨਹੀਂ ਮੰਗਦੇ। ਤੇ ਭਗਤ ਜੀ ਕੀ ਮੰਗ ਰਹੇ ਨੇ? ਭਗਤ ਜੀ ਕਹਿੰਦੇ ਨੇ ਬਸ ਮੈਨੂੰ ਇਹੀ ਚਾਹੀਦਾ, ਇਸ ਤੋਂ ਇਲਾਵਾ ਉਹਨਾਂ ਦੀ ਮੰਗ ਹੀ ਕੋਈ ਨਹੀਂ ਇਸ ਦੁਨਿਆਵੀ ਦੀਆਂ ਦੂਜੀਆਂ ਹੋਰ ਲੋੜਾਂ ਦੇ ਵਾਸਤੇ। ਜਿਸ ਤਰ੍ਹਾਂ ਦੀਆਂ ਅਸੀਂ ਮੰਗਦੇ ਹਾਂ, ਮਤਲਬ ਉਹ ਲੋੜਾਂ ਉਹ ਨਹੀਂ ਮੰਗ ਰਹੇ। ਪਰ ਭਗਤ ਜੀ ਤਾਂ ਇਹ ਮੰਗ ਕੇ ਕਹਿ ਰਹੇ ਹਨ ਕਿ ਹਮਰਾ ਖੁਸ਼ੀ ਕਰੇ ਨਿਤ ਜੀਓ। ਮੈਂ ਤਾਂ ਬੜਾ ਸੁਖੀ ਹੋ ਜਾਵਾਂ ਜੇ ਮੈਨੂੰ ਇਹ ਮਿਲ ਜਾਏ। ਤੇ ਇੰਨੇ ਨਾਲ ਅਸੀਂ ਤਾਂ ਸੁਖੀ ਹੁੰਦੇ ਹੀ ਨਹੀਂ। ਸਾਡੀ ਤਾਂ ਖੁਸ਼ੀ ਹੁੰਦੀ ਹੀ ਨਹੀਂ। ਸਾਨੂੰ ਜੋ ਮਿਲ ਜਾਂਦਾ ਉਸ ਤੋਂ ਅਗਲੀ ਅਸੀਂ ਲੱਖ ਖਟੇ, ਸਹਿਸ ਖਟੇ, ਲੱਖ ਕੋ ਧਾਵੇ। ਸਾਡੀ ਤਾਂ ਹਾਲਤ ਉਹ ਹੈ। ਸਾਨੂੰ ਜੋ ਮਿਲ ਜਾਂਦਾ ਉਹਨੂੰ ਤਾਂ ਅਸੀਂ ਇਹ ਸਮਝਦੇ ਇਹ ਤਾਂ ਸਾਡਾ ਹੱਕ ਹੋ ਗਿਆ। ਹੁਣ ਅਸੀਂ ਹੋਰ ਮੰਗੀਏ, ਉਸ ਤੋਂ ਅੱਗੇ ਤੁਰ ਪੈਂਦੇ ਹਾਂ। ਤੇ ਭਗਤ ਜੀ ਕਹਿੰਦੇ ਹਨ ਕਿ ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਉਹ ਤਾਂ ਇਹਦੇ 'ਚ ਬੜੇ ਸੁਖੀ ਮਹਿਸੂਸ ਕਰ ਰਹੇ, ਇਹਦੇ 'ਚ ਵੀ ਬੜੀ ਪ੍ਰਸੰਨਤਾ ਲੈ ਰਹੇ। ਜ਼ਰਾ ਦੇਖੀਏ ਅਸੀਂ ਕਿੱਥੇ ਖੜੇ ਹਾਂ। ਤੇ ਸਾਨੂੰ ਭਗਤ ਜੀ ਸਿਖਾ ਕੇ ਰਹੇ ਹਨ ਕਿ ਅਕਾਲ ਪੁਰਖ ਤੋਂ ਜੇ ਮੰਗਣਾ ਹੀ ਹੈ ਤੇ ਇਹ ਚੀਜ਼ਾਂ ਮੰਗ, ਕਿਉਂਕਿ ਇਹ ਚੀਜ਼ਾਂ ਦੀ ਪ੍ਰਾਪਤੀ ਦੇ ਨਾਲ ਹੀ ਅਸੀਂ ਉਹ, ਇਸ ਤੋਂ ਬਿਨਾਂ ਅਸੀਂ ਅਕਾਲ ਪੁਰਖ ਦੀ ਭਗਤੀ ਕਰਨ ਲਈ ਵੀ ਇਹਦੀਆਂ ਲੋੜਾਂ ਨੇ, ਇਹ ਜ਼ਰੂਰਤਾਂ ਨੇ, ਤੇ ਇਹਨਾਂ ਦੀ ਮਦਦ ਦੇ ਨਾਲ ਹੀ ਅਸੀਂ ਉਸ ਅਵਸਥਾ ਤੱਕ ਪਹੁੰਚ ਸਕਦੇ ਹਾਂ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰ। ਇਹ ਉਸੇ ਦੀ ਹੀ ਪ੍ਰੀ ਕੰਡੀਸ਼ਨ ਹੈ, ਉਸੇ ਦੀ ਹੀ ਪ੍ਰੈਪਰੇਸ਼ਨ ਹੈ ਉਸ ਅਵਸਥਾ ਤੱਕ ਪਹੁੰਚਣ ਦੀ। ਇਸ ਕਰਕੇ ਭਗਤ ਜੀ ਇਹ ਚੀਜ਼ਾਂ ਮੰਗ ਰਹੇ। ਅਸੀਂ ਇਹ ਸਾਡੇ ਵਾਂਗ ਨਹੀਂ ਉਹਨਾਂ ਦੀ ਅਵਸਥਾ ਕਿ ਮੇਰੇ ਗੁਆਂਢੀ ਕੋਲ ਇਹ ਚੀਜ਼ ਹੈ ਤਾਂ ਮੈਨੂੰ ਉਸ ਤੋਂ ਵੱਡੀ ਚੀਜ਼ ਦੇ, ਮੇਰੇ ਫਲਾਣੇ ਰਿਸ਼ਤੇਦਾਰ ਕੋਲ ਇਹ ਚੀਜ਼ ਹੈ ਤਾਂ ਮੈਨੂੰ ਉਸ ਤੋਂ ਵੱਡੀ, ਉਸ ਤੋਂ ਵਧੀਆ ਚੀਜ਼ ਦੇ। ਉਹ ਗੱਲਾਂ ਨਹੀਂ ਕਰਦੇ ਭਗਤ ਜੀ। ਉਹ ਕਹਿ ਰਹੇ ਹਨ ਕਿ ਨੀਡਸ ਨੇ ਮੇਰੀਆਂ, ਇਹ ਮੇਰੀਆਂ ਪੂਰੀਆਂ ਕਰ, ਚੰਗੇ ਤਰੀਕੇ ਨਾਲ ਪੂਰੀਆਂ ਕਰ। ਮੈਂ ਤੇਰਾ ਬੱਚਾ ਹਾਂ, ਤੇਰਾ ਆਰਤਾ ਹਾਂ, ਪਰ ਇਸ ਕਰਕੇ ਕਰ ਤਾਂ ਕਿ ਮੈਂ ਤੇਰੇ ਨਾਲ ਜੁੜ ਸਕਾਂ। ਫਿਰ ਦੂਜੇ ਜਿਹੜਾ ਪੈਰਾਗ੍ਰਾਫ ਹੈ ਉਹਦੇ ਵਿੱਚ ਵੀ ਭਗਤ ਜੀ ਕੀ ਕਹਿ ਰਹੇ ਹਨ? ਗਊ ਭੈਂਸ ਮੰਗੋ ਲਾਵੇਰੀ। ਲਾਵੇਰੀ ਹੁੰਦੀ ਹੈ ਉਹ ਪਸ਼ੂ ਜਿਹੜਾ ਦੁੱਧ ਦੇ ਰਿਹਾ ਹੋਵੇ। ਗਾਂ ਤੇ ਭੈਂਸ ਮੰਗੀ ਹੈ। ਮੱਝ ਤੇ ਗਾਂ ਉਹ ਲਵੇਰੀ ਹੁੰਦੀ ਹੈ ਜਿਹੜੀ ਦੁੱਧ ਦੇਣ ਦੀ ਅਵਸਥਾ ਦੇ ਵਿੱਚ ਹੁੰਦੀ, ਉਹ ਵੀ ਮੰਗ ਰਹੇ ਹਨ। ਤੇ ਇੱਕ ਤਾਜਨ ਤੁਰੀ ਚੰਗੇਰੀ, ਅਰਬੀ ਘੋੜੀ ਮੰਗ ਰਹੇ ਹਨ, ਤੇ ਚੰਗੇਰੀ ਮੰਗ ਰਹੇ ਹਨ, ਚੰਗੀ ਅਰਬੀ ਘੋੜੀ ਮੰਗ ਰਹੇ। ਤੇ ਉਸ ਤੋਂ ਅਗਲੇ ਪੰਕਤੀ ਜਿਹੜਾ ਹੋਰ ਸਾਡੇ ਵਾਸਤੇ ਚਾਨਣ ਮਨਾਰਾ ਹੈ, ਘਰ ਕੀ ਗੀਹਣ ਚੰਗੀ ਜਨ ਧੰਨਾ ਲੈਵਾ। ਘਰ ਦੀ ਇਸਤਰੀ ਵੀ ਚੰਗੀ। ਭਗਤ ਜੀ ਕਹਿ ਰਹੇ ਹਨ ਕਿ ਹੇ ਵਾਹਿਗੁਰੂ, ਹੇ ਅਕਾਲ ਪੁਰਖ,
हे ਗੋਪਾਲ, ਮੈਨੂੰ ਘਰ ਦੀ ਇਸਤਰੀ ਵੀ ਚੰਗੀ ਦੇ, ਤੇ ਤੇਰਾ ਦਾਸ, ਤੇਰਾ ਧੰਨਾ, ਜਨ ਤੇਰਾ ਧੰਨਾ, ਇਹ ਸਾਰਾ ਕੁਝ ਮੰਗ ਰਿਹਾ ਹੈ ਤੇਰੇ ਕੋਲ। ਹੁਣ ਇਹ ਮੰਗਾਂ ਦੇ ਵਿੱਚ ਇੱਕ ਰਮਜ਼ ਛੁਪੀ ਹੋਈ ਆ ਭਗਤ ਜੀ ਦੀ। ਇਹ ਮੰਗਾਂ ਕੌਣ ਮੰਗੇਗਾ? ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਅਰਬੀ ਘੋੜੀ ਵੀ ਮੰਗ ਲਈ, ਤੇ ਘਰ ਕੀ ਗੀਹਣ ਚੰਗੀ ਵੀ ਮੰਗ ਲਈ। ਹੁਣ ਇਹ ਲੋੜਾਂ ਕੌਣ ਮੰਗੇਗਾ? ਕੌਣ ਜਾਏਗਾ ਪ੍ਰਭੂ ਦੇ ਦਰ ਤੋਂ ਇਹ ਚੀਜ਼ਾਂ ਮੰਗਣ ਲਈ? ਗੱਲ ਬੜੀ ਸਪਸ਼ਟ ਹੈ ਜੀ। ਇੱਕ ਸੰਸਾਰ ਦੇ ਵਿੱਚ ਰਹਿਣ ਵਾਲਾ ਇੱਕ ਗ੍ਰਸਤੀ ਕਿਰਤੀ ਉਹੀ ਇਹ ਲੋੜਾਂ ਮੰਗੇਗਾ, ਜਿਹਦਾ ਪਰਿਵਾਰ ਹੋਏਗਾ। ਨਹੀਂ ਤਾਂ ਬੰਦੇ ਨੇ ਲਵੇਰੀਆਂ ਕੀ ਕਰਨੀਆਂ ਨੇ ਤੇ ਘੋੜੀਆਂ ਕੀ ਕਰਨੀਆਂ ਨੇ। ਤੇ ਪਰਿਵਾਰ ਹੋਣ ਦਾ ਦੂਜਾ ਅੰਤਲੇ ਪੰਕਤੀ ਦੇ ਵਿੱਚ ਤਾਂ ਉਹਨਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਵੀ ਇਹ ਗ੍ਰਸਤ ਜੀਵਨ ਚੰਗਾ ਮੰਗ ਰਹੇ ਆ। ਹੁਣ ਇਹ ਵੀ ਸਾਡੀਆਂ ਜੀਵਨ ਦੀਆਂ ਗ੍ਰਸਤੀ ਜੀਵਨ ਚੰਗਾ ਕਿਰਤੀ ਗ੍ਰਸਤੀ ਜੀਵਨ ਜੀਣ ਵਾਸਤੇ ਇਹ ਵੀ ਮੁੱਢਲੀਆਂ ਲੋੜਾਂ ਹਨ। ਕਿਉਂਕਿ ਜੇ ਅਸੀਂ ਸੰਸਾਰ ਦੇ ਵਿੱਚ ਰਹਿਣਾ ਹੈ, ਇਸ ਸੰਸਾਰ ਦੇ ਵਿੱਚ ਵਿਚਰਨਾ ਹੈ, ਤਾਂ ਇਹ ਸਾਰਾ ਕੁਝ ਚਾਹੀਦਾ ਹੈ ਸਾਨੂੰ। ਤੇ ਜੇ ਅਸੀਂ ਇਸ ਸੰਸਾਰ ਦੇ ਵਿੱਚ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਪਰਿਵਾਰ ਨੂੰ ਪਾਲਣਾ ਹੈ, ਤੇ ਨਾਲ ਇਹ ਵੀ ਦੱਸ ਦਿੱਤਾ ਕਿ ਗ੍ਰਸਤ ਵਿੱਚ ਰਹਿਣਾ ਹੈ ਤੇ ਨਾਲ ਉਹਦੇ ਪਾਲਣ ਵਾਸਤੇ ਚੀਜ਼ਾਂ ਵੀ ਮੰਗ ਲਈਆਂ। ਇਹਨਾਂ ਮੰਗਾਂ ਵਿੱਚ ਵੀ ਸਾਨੂੰ ਇਸ਼ਾਰਿਆਂ ਦੇ ਵਿੱਚ ਹੀ ਭਗਤ ਜੀ ਨੇ ਬਹੁਤ ਕੁਝ ਸਮਝਾ ਦਿੱਤਾ ਹੈ। ਆਪ ਦਾਲ ਰੋਟੀ ਦੇ ਨਾਲ ਘਿਓ ਵੀ ਮੰਗਦੇ ਆ, ਤੇ ਚੰਗਾ ਕੱਪੜਾ, ਜੁੱਤੀ, ਵਧੀਆ ਅਨਾਜ ਮੰਗ ਰਹੇ ਹਨ, ਲਵੇਰੀਆਂ ਮੰਗ ਰਹੇ ਹਨ, ਅਰਬੀ ਘੋੜੀ ਵੀ ਮੰਗ ਰਹੇ ਹਨ, ਤੇ ਇਸਤਰੀ ਵੀ ਚੰਗੀ ਮੰਗ ਰਹੇ ਹਨ। ਭਾਵ ਕਿ ਭਗਤ ਜੀ ਨੂੰ ਸੰਸਾਰ ਦੇ ਵਿਹਾਰ ਦੇ ਮੁਤਾਬਕ ਚੰਗਾ, ਸੁਖੀ, ਲਹਿਰ ਬਹਿਰ ਵਾਲਾ ਗ੍ਰਸਤ ਦਾ ਚੰਗਾ ਜੀਵਨ, ਇਹ ਸਾਰਾ ਕੁਝ ਹੀ ਪ੍ਰਾਪਤ ਕਰਨ ਦਾ ਉਪਦੇਸ਼ ਕਰ ਰਹੇ ਹਨ। ਕੋਈ ਇਹ ਨਾ ਸਮਝੇ ਕਿ ਪ੍ਰਭੂ ਦੇ ਭਗਤ ਜਿਹੜੇ ਹੁੰਦੇ ਆ ਉਹ ਪਤਾ ਨਹੀਂ ਮੈਲੇ ਕੁਚੈਲੇ ਕੱਪੜੇ, ਸਰੀਰ ਤੇ ਸੁਆਹ ਮਲੀ ਹੋਈ ਤੇ ਸਿਰ 'ਚ ਜਟਾਵਾਂ ਬਣਾਈਆਂ ਹੋਈਆਂ ਤੇ ਘਰ ਘਰ ਜਾ ਕੇ ਮੰਗਦੇ ਪਏ ਹਨ। ਤੇ ਉਹ ਭਗਤ ਨਹੀਂ ਹੁੰਦੇ ਅਕਾਲ ਪੁਰਖ। ਵਾਹਿਗੁਰੂ ਦੇ ਭਗਤ ਉਹ ਨਹੀਂ ਹੁੰਦੇ। ਅਕਾਲ ਪੁਰਖ ਦੇ ਭਗਤ ਉਹ ਹਨ ਜੋ ਇਸ ਸੰਸਾਰ ਦੇ ਵਿੱਚ ਰਹਿੰਦੇ ਹਨ, ਵਿੱਚ ਰਹਿ ਕੇ ਚੰਗੀ ਕਿਰਤ ਕਰਦੇ ਹਨ, ਤੇ ਕਿਰਤ ਦੇ ਵਿੱਚੋਂ ਪਰ ਇੱਕ ਚੰਗਾ ਪਰਿਵਾਰ ਪਾਲਦੇ ਹਨ, ਜਿਹਦੇ ਵਿੱਚ ਉਹਨਾਂ ਦੀ ਚੰਗੀ ਇਸਤਰੀ ਪੂਰੀ ਮਦਦਗਾਰ ਹੁੰਦੀ ਹੈ, ਅਰਧਾਂਗਨੀ ਹੁੰਦੀ ਹੈ। ਦੋਨੋਂ ਜੇ ਪ੍ਰਭੂ ਨਾਲ ਜੁੜੇ ਹੋਣਗੇ, ਦੋਨਾਂ ਦਾ ਵੈਲਿਊ ਸਿਸਟਮ ਜੇ ਸੇਮ ਹੋਏਗਾ, ਘਰ ਕੀ ਗੀਹਨ ਚੰਗੀ, ਚੰਗੀ ਦਾ ਮਤਲਬ ਇੱਥੇ ਵੀ ਸਾਨੂੰ ਭਗਤ ਜੀ ਦਾ ਇੱਕ ਕ੍ਰਾਈਟੇਰੀਆ ਅਪਲਾਈ ਕਰਨਾ ਪਏਗਾ ਨਾ, ਜੋ ਜਨ ਤੁਮਰੀ ਭਗਤ ਕਰਨ ਤੇ। ਇਹ ਕ੍ਰਾਈਟੇਰੀਆ ਭਗਤ ਜੀ ਦਾ ਇਸ ਸ਼ਬਦ ਦੇ ਵਿੱਚ ਹੈਗਾ। ਤੇ ਇੱਥੇ ਚੰਗੀ ਦਾ ਅਰਥ ਵੀ ਉਹ ਹੈ, ਉਸ ਅਕਾਲ ਪੁਰਖ ਦੇ ਪ੍ਰੇਮ ਵਿੱਚ ਰੱਤੀ ਹੋਈ, ਅਕਾਲ ਪੁਰਖ ਨਾਲ ਜੁੜੀ ਹੋਈ ਘਰ ਦੀ ਗੀਹਨ ਚੰਗੀ ਚਾਹੀਦੀ ਹੈ। ਕਿ ਚੰਗੀ ਦੇ ਅਸੀਂ ਹੋਰ ਨਾ ਮਤਲਬ ਕੋਈ ਕਰ ਲਈਏ। ਉਹ ਗੀਹਨ ਚਾਹੀਦੀ ਹੈ ਜਿਹੜੀ ਉਹ ਜੋ ਜਨ ਤੁਮਰੀ ਭਗਤ ਕਰੰਤੇ ਦੇ ਉਸ ਵਿਅਕਤੀ ਦੇ ਨਾਲ ਕਦਮ ਮਿਲਾ ਕੇ ਚੱਲੇ, ਉਹਦੇ ਜੀਵਨ ਦੇ ਵਿੱਚ ਉਹ ਹੋਰ ਉਹਨੂੰ ਜਿਹਨੂੰ ਕਹਿੰਦੇ ਨੇ ਉਹਨੂੰ ਹੈਲਪ ਕਰੇ, ਨਾ ਕਿ ਉਹਦੇ ਵਿੱਚ ਰੁਕਾਵਟ ਬਣੇ। ਗੁਰਬਾਣੀ ਵਿੱਚ ਇੱਕ ਥਾਂ ਤੇ ਆਉਂਦਾ ਹੈ ਨਾ ਜੀ, ਅਰਧ ਸਰੀਰੀ ਮੋਖ ਦੁਆਰੀ। ਇਹ ਉਹ ਗੱਲ ਹੋ ਰਹੀ ਹੈ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵਾ ਮੰਗੀ। ਤਾਂ ਹੁਣ ਇਸ ਸਾਰੇ ਇਸ਼ਾਰੇ ਜੋ ਇਸ ਛੋਟੇ ਜਿਹੇ ਸ਼ਬਦ ਦੇ ਵਿੱਚ ਬੜੇ ਥੋੜੇ ਜਿਹੇ ਔਰ ਬੜੇ ਸੌਖੇ ਲਫ਼ਜ਼ਾਂ ਦੇ ਨਾਲ ਭਗਤ ਜੀ ਨੇ ਕਰਦੇ ਹਨ, ਉਹਦੇ ਤੋਂ ਸਾਨੂੰ ਸਮਝਣ ਦੀ ਲੋੜ ਹੈ ਕਿ ਜਿਹੜੇ ਭਗਤ ਜਨ ਜਿਨ੍ਹਾਂ ਦੇ ਉੱਤੇ ਇਹ ਗੱਲ ਲਾਗੂ ਹੁੰਦੀ ਹੈ, ਜੋ ਜਨ ਤੁਮਰੀ ਭਗਤ ਕਰਨ ਤੇ, ਉਹਨਾਂ ਦੀ ਪ੍ਰੋਫਾਈਲ ਕੀ ਹੈ। ਅਸੀਂ ਉਹਨਾਂ ਨੂੰ ਡਿਸਕ੍ਰਾਈਬ ਕਰਨਾ ਹੋਵੇ ਤੇ ਕਿੱਦਾਂ ਡਿਸਕ੍ਰਾਈਬ ਕਰੀਏ? ਉਹ ਦਾਲ ਸੀਧਾ ਘਿਓ ਖਾਂਦੇ ਪੀਂਦੇ ਹਨ, ਖੁਸ਼ੀ ਨਾਲ ਜੀਂਦੇ ਹਨ, ਚੰਗੀ ਸਰੀਰ ਦੀਆਂ ਲੋੜਾਂ ਮੰਗਦੇ ਹਨ, ਪਨੀਆਂ, ਛਾਦਨ, ਨੀਕਾ, ਖਾਣ ਪੀਣ ਨੂੰ ਚੰਗਾ ਅਨਾਜ ਮੰਗਦੇ ਹਨ, ਘਰਾਂ ਦੇ ਵਿੱਚ ਗਊ, ਭੈਂਸ, ਮੰਗੋ ਲਾਵੇਰੀ ਇਹ ਰੱਖਦੇ ਹਨ ਪਰਿਵਾਰ ਨੂੰ ਚੰਗਾ ਪਾਲਣ ਦੇ ਲਈ, ਚੰਗੀਆਂ ਸਵਾਰੀਆਂ ਰੱਖਦੇ ਹਨ, ਤਾਜਨ ਤੁਰੀ। ਹੁਣ ਉਸ ਵਕਤ ਦੇ ਹਿਸਾਬ ਨਾਲ ਤੇ ਅਰਬੀ ਘੋੜੀ ਸਭ ਤੋਂ ਵਧੀਆ ਸਵਾਰੀ ਹੁੰਦੀ ਸੀ। ਚੰਗੀਆਂ ਸਵਾਰੀਆਂ ਹੁਣ ਅਸੀਂ ਮੰਗੀਏ ਤੇ ਫਿਰ ਅੱਜ ਦੇ ਹਿਸਾਬ ਨਾਲ ਚੰਗੀ ਸਵਾਰੀ ਮੰਗੀਏ, ਪਰ ਇਹ ਸਾਰੇ ਕੁਝ ਦੇ ਨਾਲ ਘਰ ਦਾ ਪਰਿਵਾਰ ਸਾਡਾ ਹੋਵੇ, ਪੂਰੇ ਦਾ ਪੂਰਾ ਪਰਿਵਾਰ, ਅਰਧਾਂਗਨੀ ਗੀਹਨ ਵੀ, ਤੇ ਪਰਿਵਾਰ ਦੇ ਵਿੱਚ ਜਿਹੜੇ ਬੱਚੇ ਹੋਣ ਉਹ ਵੀ, ਪੂਰਾ ਪਰਿਵਾਰ ਉਸ ਪ੍ਰਭੂ ਦੇ ਭਗਤ ਅਖਵਾਉਣ ਦੇ ਲਾਇਕ ਹੋਵੇ।
ਇਹ ਪ੍ਰੋਫਾਈਲ ਹੈ ਉਸ ਪ੍ਰਭੂ ਦੇ ਦਰ ਤੇ ਕਬੂਲ ਹੋਣ ਵਾਲਿਆਂ ਦੀ, ਜਿਨ੍ਹਾਂ ਦੀ ਗੱਲ ਅਕਾਲ ਪੁਰਖ ਮੰਗਦਾ ਹੈ, ਜਿਹੜੇ ਉਹਦੇ ਦਰ ਦੇ ਉੱਤੇ ਮੰਗਤੇ ਬਣਨ ਦੇ ਲਈ ਐਲੀਜੀਬਲ ਹੁੰਦੇ। ਅਸੀਂ ਦੂਜੇ ਪਾਸੇ ਆਪਣੇ ਜੀਵਨ ਨਾਲ ਅਸੀਂ ਝਾਤੀ ਮਾਰੀਏ ਜੀ, ਅਸੀਂ ਕਿਹਨਾਂ ਨੂੰ ਬ੍ਰਹਮ ਗਿਆਨੀ ਸਮਝਦੇ ਹਾਂ? ਵੀ ਸਾਡੇ ਬਾਬਾ ਜੀ ਤੇ ਬ੍ਰਹਮਚਾਰੀ ਹਨ। ਤੇ ਜਿਹੜੇ ਬ੍ਰਹਮਚਾਰੀ ਬਾਬਾ ਜੀ ਹਨ, ਜਿਹੜੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ, ਉਹਨਾਂ ਨੂੰ ਜਾ ਕੇ ਪੁੱਛੋ ਵੀ ਭਗਤ ਜੀ ਨੇ ਮੰਗਿਆ ਇਹਦਾ ਕੀ ਅਰਥ ਹੈ, ਤੋ ਇਹਦਾ ਕੀ ਅਰਥ ਕਰਨਗੇ? ਉਹਨਾਂ ਤੇ ਟੁਕਦਾ, ਘਰ ਕੀ ਹਨ ਚੰਗੀ ਜਨ ਧੰਨਾ ਲੈਵਾ ਮੰਗੀ। ਉਹ ਤਾਂ ਆਪਣੇ ਆਪ ਨੂੰ ਬ੍ਰਹਮਚਾਰੀ ਅਖਵਾ ਕੇ ਹੀ ਲੋਕਾਂ ਤੋਂ ਪੂਜਾ ਕਰਾਈ ਜਾਂਦੇ ਹਨ, ਤੇ ਅਸੀਂ ਕਮਲੇ ਉਹਨਾਂ ਦੀ ਪੂਜਾ ਕਰੀ ਜਾਂਦੇ ਹਾਂ, ਉਹਨਾਂ ਦੇ ਡੇਰਿਆਂ ਉੱਤੇ ਮੱਥੇ ਰਗੜੀ ਜਾਂਦੇ ਹਾਂ, ਤੇ ਉਹਨਾਂ ਕੋਲ ਤਰ੍ਹਾਂ ਤਰ੍ਹਾਂ ਦੀਆਂ ਦਾਤਾਂ ਮੰਗੀ ਜਾਂਦੇ ਆ, ਉਹਨਾਂ ਦਾ ਪ੍ਰਚਾਰ ਵੀ ਕਰੀ ਜਾਂਦੇ। ਭਗਤ ਜੀ ਨੇ ਸਾਨੂੰ ਇਹ ਜੀਵਨ ਪੱਧਤੀ ਦਿੱਤੀ ਨਹੀਂ ਸੀ, ਜਿਹਦੇ ਤੇ ਜਿਹੜੇ ਜੀਵਨ ਦੇ ਵਿੱਚ ਰਹਿਣ ਵਾਲੇ ਉਹ ਲੋਕ ਅੱਜ ਸਾਡੇ ਬ੍ਰਹਮ ਗਿਆਨੀ ਬਣੇ ਬੈਠੇ। ਪ੍ਰੋਫਾਈਲ ਤਾਂ ਇਹ ਦਿੱਤੀ ਹੈ ਸਾਨੂੰ ਭਗਤ ਜੀ ਨੇ ਕਿ ਉਸ ਅਕਾਲ ਪੁਰਖ ਦੇ ਭਗਤ ਕਹਾਉਣ ਵਾਲੇ ਕੈਸੇ ਹੁੰਦੇ ਸੀ। ਹੁਣ ਇਹ ਜਿਹੜੀ ਸ਼ਬਦਾਵਲੀ ਸਾਰੀ ਭਗਤ ਜੀ ਦੀ ਅਗਰ ਅਸੀਂ ਦੇਖੀਏ ਤੇ ਇਹਦੇ 'ਚ ਇੱਕ ਹੋਰ ਰਮਜ਼ ਵੀ ਛੁਪੀ ਹੋਈ ਹੈ ਭਗਤ ਜੀ। ਹੁਣ ਜੋ ਕੁਝ ਭਗਤ ਜੀ ਨੇ ਦੱਸਿਆ, ਇਹ ਸਾਰੀਆਂ ਗੱਲਾਂ ਦੋ ਛੋਟਾ ਜਿਹਾ ਸ਼ਬਦ ਹੈ, ਦੋ ਪੈਰੇ ਹਨ ਇਹਦੇ, ਦੋਨੇ ਪਦਾਂ ਦੇ ਵਿੱਚ ਜੋ ਕੁਝ ਭਗਤ ਜੀ ਨੇ ਦੱਸਿਆ, ਇਹ ਕਿਸੇ ਤਿਆਗੀ ਦੇ ਉੱਤੇ ਲਾਗੂ ਹੋ ਹੀ ਨਹੀਂ ਸਕਦਾ, ਇਹ ਕਿਸੇ ਕਿਰਤੀ ਗ੍ਰਸਤੀ ਦੇ ਉੱਤੇ ਹੀ ਲਾਗੂ ਹੋ ਸਕਦਾ ਹੈ। ਤੇ ਭਗਤ ਜੀ ਆਪ ਵੀ ਕਿਰਤੀ ਸਨ, ਜਿਨ੍ਹਾਂ ਤੋਂ ਉਹ ਪ੍ਰਭਾਵਿਤ ਸਨ। ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਸੈਣ ਜੀ, ਉਹ ਵੀ ਸਾਰੇ ਕਿਰਤੀ ਸਨ, ਜਿਨ੍ਹਾਂ ਦੇ ਸੰਗਤ, ਜਿਨ੍ਹਾਂ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਉਹ ਇਸ ਪਾਸੇ ਲੱਗੇ ਤੇ ਪ੍ਰਭੂ ਦੀ ਪ੍ਰਾਪਤੀ ਤੱਕ ਪਹੁੰਚੇ। ਇਹ ਵੀ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਇਹ ਕਿਰਤੀ ਤੇ ਗ੍ਰਸਤੀ ਦੀ ਮੰਗ ਹੈ, ਭਾਵ ਇਹ ਦਾਲ ਸਿੱਧਾ ਉਹ ਇਹ ਨਹੀਂ ਕਹਿ ਰਹੇ ਕਿ ਮੈਨੂੰ ਕੋਈ ਆ ਕੇ ਦਾਲ ਦਾਨ ਕਰਕੇ ਚਲੇ ਜਾਏ। ਉਹ ਸਮਰੱਥਾ ਮੰਗ ਰਹੇ ਹਨ ਕਿ ਮੈਂ ਇਹ ਸਾਰੀਆਂ ਚੀਜ਼ਾਂ ਆਪਣੀ ਕਿਰਤ ਦੇ ਰਾਹੀਂ ਇਹ ਪ੍ਰਾਪਤ ਕਰ ਸਕਾਂ। ਚਾਹੇ ਉਹ ਦਾਲ ਸਿੱਧਾ ਮੰਗੋ ਘਿਓ ਦੀ ਗੱਲ ਹੈ, ਜਾਂ ਗਊ ਭੈਂਸ ਮੰਗੋ ਲਵੇਰੀ ਦੀ ਗੱਲ ਹੈ, ਜਾਂ ਤਾਜਨ ਤੁਰੀ ਚੰਗੇਰੀ ਦੀ ਗੱਲ ਹੈ, ਜਾਂ ਪਰਿਵਾਰ ਨੂੰ ਪਾਲਣ ਦੀ ਗੱਲ ਹੈ। ਉਹ ਮੰਗਤੇ ਸਿਰਫ ਅਕਾਲ ਪੁਰਖ ਦੇ ਅੱਗੇ ਹਨ, ਦੁਨੀਆ ਦੇ ਅੱਗੇ ਮੰਗਤੇ ਨਹੀਂ ਜਿੱਥੋਂ ਉਹਨਾਂ ਨੇ ਦਾਨ ਮੰਗਿਆ ਕਿਤੋਂ। ਉਹ ਅਕਾਲ ਪੁਰਖ ਤੋਂ ਦਾਨ ਮੰਗ ਰਹੇ ਹਨ ਤੇ ਸੰਸਾਰਿਕ ਜੀਵਨ ਦੇ ਵਿੱਚ ਉਹ ਕਿਰਤ ਕਰ ਰਹੇ ਜਿਵੇਂ ਭਗਤ ਜੀ ਆਪ ਕਰਦੇ ਸਨ। ਭਾਵੇਂ ਉਹਨਾਂ ਨੇ ਸ਼ਬਦ ਨਹੀਂ ਵਰਤੇ, ਪਰ ਇਹ ਗੱਲ ਬੜੀ ਸਪਸ਼ਟ ਹੈ ਕਿ ਉਹ ਇੱਕ ਕਿਰਤੀ ਦੇ ਜੀਵਨ ਦੀ ਗੱਲ ਇੱਥੇ ਸਾਰੇ ਦੇ ਵਿੱਚ ਕਰ ਰਹੇ ਹਨ। ਕਿਸੇ ਤਿਆਗੀ ਸੰਨਿਆਸੀ ਤੇ ਦਰ ਦੇ ਉੱਤੇ ਠੋਕਰਾਂ ਖਾਣ ਵਾਲੇ ਉਹਦੀ ਗੱਲ ਨਹੀਂ ਕਰਦੇ। ਉਹ ਇਹ ਐਸੀ ਕਿਰਤ ਦੀ ਮੰਗ ਕਰ ਰਹੇ ਹਨ ਜਿਹਦੇ ਨਾਲ ਉਹ ਆਪਣੀਆਂ ਲੋੜਾਂ ਪੂਰੀਆਂ ਕਰ ਸਕਣ, ਜਿਹਦੇ ਨਾਲ ਉਹ ਆਪਣੇ ਸਰੀਰ ਨੂੰ ਸਵਸਥ ਸਿਹਤਮੰਦ ਰੱਖ ਸਕਣ ਔਰ ਸੁਖੀ ਜੀਵਨ ਬਤੀਤ ਕਰ ਸਕਣ, ਤਾਂ ਕਿ ਉਹ ਪ੍ਰਭੂ ਦੀ ਭਗਤੀ ਦੇ ਵਿੱਚ ਜੁਟੇ ਰਹਿਣ। ਉਹਨਾਂ ਨੂੰ ਸਮਰੱਥਾ ਮਿਲੇ ਪ੍ਰਭੂ ਦੀ ਭਗਤੀ ਕਰਨ ਦੀ। ਕਿਉਂ? ਕਿਉਂਕਿ ਜੋ ਜਨ ਤੁਮਰੀ ਭਗਤ ਕਰਤੇ ਤਿਨ ਕੇ ਕਾਜ ਸਵਾਰਤਾ, ਗੋਪਾਲ ਤੇਰਾ ਆਰਤਾ। ਆਓ ਅਸੀਂ ਵੀ ਭਗਤ ਜੀ ਤੋਂ ਇਸ ਛੋਟੇ ਜਿਹੇ ਸ਼ਬਦ ਦੇ ਵਿੱਚ ਜੋ ਉਹਨਾਂ ਨੇ ਸਮਝਾਇਆ ਕਿ ਕਿਵੇਂ ਮੰਗਣਾ ਹੈ, ਕਿਸ ਅਵਸਥਾ ਵਿੱਚ ਆ ਕੇ ਆਪਣੀਆਂ ਮੰਗਾਂ ਮੰਗਣੀਆਂ ਹਨ, ਕਿਸ ਢੰਗ ਦੇ ਨਾਲ ਮੰਗਣਾ ਹੈ, ਕੀ ਮੰਗਣਾ ਹੈ, ਕਿਉਂ ਮੰਗਣਾ ਹੈ, ਉਹਦਾ ਕਾਰਨ ਕੀ ਹੈ ਜੋ ਮੰਗਿਆ। ਹੁਣ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਆਪਣੇ ਜੀਵਨ ਦੇ ਉੱਤੇ ਟਿਕਾ ਕੇ ਦੇਖੀਏ ਤੇ ਫਿਰ ਭਗਤ ਜੀ ਕੋਲੋਂ ਇਹ ਸਿੱਖਣ ਦੀ ਕੋਸ਼ਿਸ਼ ਕਰੀਏ ਕਿ ਕਿਸ ਢੰਗ ਨਾਲ ਪ੍ਰਭੂ ਦੇ ਦਰ ਤੇ ਮੰਗਤਾ ਬਣ। ਜਿਸ ਤਰ੍ਹਾਂ ਅਸੀਂ ਬਣਦੇ ਹਾਂ ਉਹ ਢੰਗ ਨਹੀਂ, ਇਹ ਭਗਤ ਜੀ ਦਾ ਢੰਗ ਸਿੱਖੀਏ ਤੇ ਫਿਰ ਸਾਡਾ ਕਲਿਆਣ ਹੋ ਸਕਦਾ ਹੈ। ਫਿਰ ਪ੍ਰਭੂ ਦੇ ਦਰ ਤੇ ਅਸੀਂ ਥਾਂ ਪੈ ਸਕਦੇ ਹਾਂ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ ਵੀਰ ਜੀਓ, ਆਪ ਸਾਰੇ ਸਤਸੰਗੀ ਜਨ ਹੋ, ਕਿਰਪਾ ਕਰਕੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।